ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡਰ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ। ਇਹ ਹੈਲਪਫੁਲ ਹੋਏਗਾ ਤੁਹਾਡੇ ਲਈ, ਠੀਕ ਹੈ ਜੀ। ਤਾਂ ਬਿਲਕੁਲ ਕੰਟੀਨਿਊ ਕਰਦੇ ਹਾਂ ਟੌਪਿਕ ਨੂੰ, ਜਿਹਦਾ ਨਾਮ ਹੈ ਟੈਕਸਟ ਬੁੱਕਸ। ਤਾਂ ਟੈਕਸਟ ਬੁੱਕਸ ਵਾਲਾ ਟੌਪਿਕ ਜੋ ਕਿ ਆਪਣੇ ਇੰਗਲਿਸ਼ ਪੈਡਾਗੋਜੀ ਦਾ ਟੌਪਿਕ ਸੀ, ਜੋ ਕਿ ਆਪਾਂ ਸਟਾਰਟ ਕੀਤਾ ਸੀ ਕੱਲ੍ਹ ਪ੍ਰੀਵੀਅਸ ਵੀਡੀਓ ਦੇ ਵਿੱਚ, ਔਰ ਅੱਜ ਆਪਾਂ ਇਸ ਨੂੰ ਕੰਪਲੀਟ ਕਰ ਦੇਵਾਂਗੇ। ਟੈਕਸਟ ਬੁੱਕ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕੀ ਉਹਦੇ ਵਿੱਚ ਹੁੰਦਾ ਹੈ, ਸਾਰਾ ਕੁਛ ਇਹਦੇ ਵਿੱਚ ਆਪਾਂ ਦੇਖਾਂਗੇ। ਔਰ ਪ੍ਰੀਵੀਅਸ ਵੀਡੀਓ ਦੇ ਵਿੱਚ ਆਪਾਂ ਨੇ ਟਾਈਪਸ ਨੂੰ ਡਿਸਕਸ ਕੀਤਾ ਸੀ ਕਿ ਕਿਹੜੇ ਟਾਈਪਸ ਹੁੰਦੇ ਨੇ ਟੈਕਸਟ ਬੁੱਕ ਦੀਆਂ, ਔਰ ਟੈਕਸਟ ਬੁੱਕ ਹੁੰਦਾ ਕੀ ਆ ਉਹ ਵੀ ਆਪਾਂ ਡਿਸਕਸ ਕੀਤਾ ਸੀ। ਔਰ ਜੇਕਰ ਹਾਲੇ ਤੱਕ ਤੁਸੀਂ ਪ੍ਰੀਵੀਅਸ ਵੀਡੀਓ ਨੂੰ ਦੇਖੀ ਤਾਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਜੋ ਬਾਕੀ ਸਬਜੈਕਟਸ ਨੇ ਉਹਨਾਂ ਦਾ ਵੀ ਪੂਰਾ ਦਾ ਪੂਰਾ ਸਿਲੇਬਸ ਸਟਾਰਟ ਕਰ ਦਿੱਤਾ ਗਿਆ। ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਇੱਕ ਪ੍ਰੋਪਰ ਕੋਰਸ ਦੀ ਤਰ੍ਹਾਂ, ਨੋਟਸ ਵੀ ਤੁਹਾਨੂੰ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਟੈਲੀਗ੍ਰਾਮ ਚੈਨਲ ਦੇ ਵਿੱਚ, ਤੁਸੀਂ ਸਟਾਰਟ ਆਪਣੀ ਤਿਆਰੀ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਬਿਲਕੁਲ ਸਟਾਰਟ ਕਰਦੇ ਹਾਂ। ਔਰ ਹਾਂਜੀ ਬਿਲਕੁਲ ਟੈਕਸਟ ਬੁੱਕਸ ਦੇ ਵਿੱਚ ਕੀ ਹੁੰਦਾ ਉਹ ਸਾਰਾ ਕੁਛ ਆਪਾਂ ਦੇਖਦੇ ਹਾਂ, ਜਾਣਦੇ ਹਾਂ, ਸਮਝਦੇ ਹਾਂ। ਤਾਂ ਬਿਲਕੁਲ ਟੈਕਸਟ ਬੁੱਕਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਟਰਮਸ ਦੇਖਦੇ ਹਾਂ ਕਿਹੜੀਆਂ ਹੁੰਦੀਆਂ ਨੇ, ਕਿਹੜੀਆਂ ਟਰਮਸ ਇੱਥੇ ਤੁਸੀਂ ਸਹੀ ਕਰ ਸਕਦੇ ਹੋ। ਤਾਂ ਬਿਲਕੁਲ ਕਿਹੜੀ ਟਰਮਸ ਹੁੰਦੀਆਂ ਨੇ ਰਿਲੇਟਿੰਗ ਟੂ ਟੈਕਸਟ ਬੁੱਕ। ਇੱਕ ਟੈਕਸਟ ਬੁੱਕ ਦੇ ਵਿੱਚ ਕਿਹੜੇ ਟਰਮਸ ਹੁੰਦੀਆਂ ਨੇ। ਇੱਦਾਂ ਨਹੀਂ ਹੈ ਕਿ ਅਗਰ ਆਪਾਂ ਟੈਕਸਟ ਬੁੱਕ ਲਿਖ ਰਹੇ ਹਾਂ ਤਾਂ ਉਹਦੇ ਵਿੱਚ ਜਸਟ ਜੋ ਰਾਈਟਰ ਚਾਹੁੰਦਾ ਹੈ ਉਹ ਲਿਖ ਦਿਓ, ਅੱਗੇ ਪਿੱਛੇ ਬਹੁਤ ਕੁਛ ਹੁੰਦਾ ਹੈ। ਲਾਈਕ ਪ੍ਰੀਫੇਸ ਹੁੰਦਾ ਹੈ, ਅਕਨੋਲੇਜਮੈਂਟ ਹੁੰਦੀ ਹੈ, ਜਿਸ ਨੂੰ ਆਪਾਂ ਥੈਂਕਫੁਲ ਮੈਸੇਜ ਵੀ ਬੋਲਦੇ ਹਾਂ। ਉਸ ਤੋਂ ਬਾਅਦ ਸਾਰਾ ਕੁਛ ਇਹਦੇ ਵਿੱਚ ਆਪਾਂ ਨੂੰ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ। ਟੈਕਸਟ ਬੁੱਕ ਦੇ ਵਿੱਚ ਵੀ ਬਹੁਤ ਸਾਰੇ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜੋ ਆਪਣਾ ਜ਼ਰੂਰੀ ਹੋ ਜਾਂਦੀਆਂ ਨੇ, ਠੀਕ ਹੈ। ਹੁਣ ਜੇਕਰ ਤੁਹਾਡੇ ਕੋਲ ਕੋਈ ਵੀ ਇੱਕ ਬੁੱਕ ਹੈ ਤੁਸੀਂ ਉਸ ਨੂੰ ਨਾਲ ਰੱਖ ਕੇ ਰਿਲੇਟ ਕਰਕੇ ਦੇਖ ਸਕਦੇ ਹੋ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਦੇਖੋ ਕੀ ਹੈ, ਪ੍ਰੀਫੇਸ ਹੈ। ਪ੍ਰੀਫੇਸ ਦਾ ਮਤਲਬ ਕੀ ਹੋ ਜਾਂਦਾ ਹੈ ਕਿ ਪ੍ਰੀਫੇਸ ਹੁੰਦਾ ਹੈ, ਦੇਖੋ ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਗਰ ਤੁਹਾਡੇ ਕੋਲ ਕੋਈ ਬੁੱਕ ਹੈ ਤਾਂ ਤੁਸੀਂ ਉਸਨੂੰ ਆਪਣੇ ਕੋਲ ਰੱਖ ਕੇ ਰਿਲੇਟ ਕਰਕੇ ਦੇਖ ਸਕਦੇ ਹੋ ਕਿ ਜਦੋਂ ਤੁਸੀਂ ਆਪਣੀ ਬੁੱਕ ਨੂੰ ਖੋਲੋਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਇੰਟਰੋਡਕਸ਼ਨ ਮਿਲੇਗੀ ਜੋ ਕਿਤੇ ਨਾ ਕਿਤੇ ਰਾਈਟਰ ਦੁਆਰਾ ਲਿਖੀ ਜਾਂਦੀ ਹੈ। ਹੁਣ ਉਹ ਇੰਟਰੋਡਕਸ਼ਨ ਬੁੱਕ ਦੇ ਅਕੋਰਡਿੰਗ ਹੁੰਦੀ ਹੈ, ਜਾਂ ਤਾਂ ਉਹ ਰਾਈਟਰ ਦੀ ਹੋ ਸਕਦੀ ਹੈ, ਜਾਂ ਫਿਰ ਜਿਸ ਦੀ ਉਹ ਸਟੋਰੀ ਲਿਖਣਾ ਚਾਹੁੰਦਾ ਹੈ ਉਸਦੀ ਹੋ ਸਕਦੀ ਹੈ, ਠੀਕ ਹੈ, ਜਾਂ ਫਿਰ ਸਬਜੈਕਟ ਦੀ ਹੋ ਸਕਦੀ ਹੈ, ਠੀਕ ਹੈ। ਜਾਂ ਰਾਈਟਰ ਖੁਦ ਦੀ ਇੰਟਰੋਡਕਸ਼ਨ ਥੋੜ੍ਹੀ ਬਹੁਤ ਲਿਖਣਾ ਚਾਹੁੰਦਾ ਹੈ ਤਾਂ ਉਹ ਹੋ ਸਕਦੀ ਹੈ। ਤਾਂ ਉਹ ਡਿਪੈਂਡ ਕਰਦਾ ਸੋਰਸ ਦੇ ਉੱਪਰ, ਠੀਕ ਹੈ। ਤਾਂ ਬਿਲਕੁਲ ਇਹ ਲਿਖੀ ਕਿਹਦੇ ਦੁਆਰਾ ਜਾਂਦੀ ਹੈ, ਬਟ ਇਹ ਰਾਈਟਰ ਆਪ ਲਿਖਦਾ, ਆਥਰ ਦੁਆਰਾ ਖੁਦ ਲਿਖੀ ਜਾਂਦੀ ਹੈ, ਠੀਕ ਹੈ ਜੀ। ਬਿਲਕੁਲ ਹੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਇਹ ਜੋ ਪ੍ਰੀਫੇਸ ਹੈ ਉਸਨੂੰ ਉਹ ਮਿਲੇਗਾ। ਜੋ ਆਪਾਂ ਬੁੱਕ ਖੋਲਦੇ ਤਾਂ ਬਿਲਕੁਲ ਸਟਾਰਟਿੰਗ 'ਚ ਜੋ ਹੁੰਦਾ ਹੈ ਉਸਨੂੰ ਆਪਾਂ ਪ੍ਰੀਫੇਸ ਹੀ ਬੋਲਦੇ ਹਾਂ, ਇਸ ਲਈ ਹੀ ਇਸ ਨੂੰ ਫੇਸ ਆਫ ਬੁੱਕ ਵੀ ਬੋਲਿਆ ਜਾਂਦਾ ਹੈ, ਕਿਉਂਕਿ ਇਹ ਬਿਲਕੁਲ ਸਟਾਰਟਿੰਗ ਦੇ ਵਿੱਚ ਹੁੰਦਾ ਹੈ, ਠੀਕ ਹੈ। ਔਰ ਦੁਬਾਰਾ ਦੱਸ ਰਹੀ ਹਾਂ, ਇੱਕ ਇੰਟਰੋਡਕਸ਼ਨ ਸਟੇਟਮੈਂਟ ਹੁੰਦੀ ਹੈ ਜੋ ਕਿ ਇੱਕ ਰਾਈਟਰ ਦੁਆਰਾ ਜਾਂ ਆਥਰ ਦੁਆਰਾ, ਬੁੱਕ ਦੇ ਆਥਰ ਦੁਆਰਾ ਹੀ ਲਿਖੀ ਜਾਂਦੀ ਹੈ, ਕਲੀਅਰ। ਤਾਂ ਸੈਕਿੰਡ ਅਗਰ ਆਪਾਂ ਗੱਲ ਕਰੀਏ, ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਐਕਨੋਲੇਜਮੈਂਟ ਕੀ ਹੁੰਦਾ ਹੈ। ਹੁਣ ਜੇਕਰ ਤੁਸੀਂ ਦੇਖ ਲਿਆ ਕਿ ਹਾਂਜੀ ਇਹ ਪ੍ਰੀਫੇਸ ਹੁੰਦੀ ਹੈ, ਅਗਰ ਤੁਸੀਂ ਨਾਲ ਰਿਲੇਟ ਕਰਕੇ ਪੜ੍ਹੋਗੇ ਤਾਂ ਬਹੁਤ ਕਲੀਅਰਲੀ ਸਮਝ ਆ ਜਾਊਗਾ, ਠੀਕ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਥੋੜ੍ਹਾ ਜਿਹਾ ਹੋਰ ਇੱਕ ਪੇਜ ਜਾਂ 2 ਪੇਜ ਅੱਗੇ ਜਾਓਗੇ ਤਾਂ ਤੁਹਾਨੂੰ ਇੱਕ ਮੈਸੇਜ ਲਿਖਿਆ ਹੋਇਆ ਮਿਲੂਗਾ ਰਾਈਟਰ ਦੁਆਰਾ, ਜਿਹਦੇ ਵਿੱਚ ਰਾਈਟਰ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਥੈਂਕਫੁਲ ਮੈਸੇਜ ਦੀ ਤਰ੍ਹਾਂ, ਠੀਕ ਹੈ। ਹੁਣ ਉਹ ਮੈਸੇਜ ਅਗਰ ਰਾਈਟਰ ਦੁਆਰਾ ਲਿਖਿਆ ਜਾ ਰਿਹਾ ਉਹ ਉਸਦੇ ਆਈਡਲ ਨੂੰ ਹੋ ਸਕਦਾ, ਜੇਕਰ ਕਿਸੇ ਦੀ ਬਾਇਓਗ੍ਰਾਫੀ ਲਿਖ ਰਿਹਾ ਤਾਂ ਉਸਨੂੰ ਹੋ ਸਕਦਾ, ਠੀਕ ਹੈ। ਉਹ ਡਿਪੈਂਡ ਕਰਦਾ, ਉਹੀ ਚੀਜ਼ ਆ ਜਾਂਦੀ ਹੈ ਦੁਬਾਰਾ, ਬਟ ਉਹ ਇੱਕ ਥੈਂਕਫੁਲ ਮੈਸੇਜ ਹੁੰਦਾ, ਠੀਕ ਹੈ। ਕਿਹਦੇ ਦੁਆਰਾ ਲਿਖਿਆ ਜਾਂਦਾ ਹੈ, ਰਾਈਟਰ ਦੁਆਰਾ ਲਿਖਿਆ ਜਾਂਦਾ ਹੈ, ਠੀਕ ਹੈ। ਤੇ ਉਹ ਸੈਕਿੰਡ ਹੁੰਦਾ। ਸਭ ਤੋਂ ਪਹਿਲਾਂ ਆਪਾਂ ਨੂੰ ਪ੍ਰੀਫੇਸ ਮਿਲੂਗਾ, ਆਫਟਰ ਦੈਟ ਆਪਾਂ ਨੂੰ ਕੀ ਮਿਲੂਗਾ, ਬੁੱਕ ਦੇ ਅੰਦਰ ਦੀ ਗੱਲ ਕਰ ਰਹੀ ਹਾਂ ਮੈਂ, ਥੈਂਕਫੁਲ ਮੈਸੇਜ ਮਿਲੂਗਾ, ਜੋ ਹਰ ਬੁੱਕ ਦੇ ਵਿੱਚ ਹੁੰਦਾ ਹੀ ਹੁੰਦਾ ਹੈ ਔਰ ਹੋਣਾ ਵੀ ਚਾਹੀਦਾ ਹੈ, ਠੀਕ ਹੈ। ਤਾਂ ਇਹ ਕੁਝ ਗੱਲਾਂ ਨੇ ਜੋ ਸ਼ਾਇਦ ਕਿਤੇ ਨਾ ਕਿਤੇ ਆਪਾਂ ਨੋਟਿਸ ਨਹੀਂ ਕਰਦੇ, ਬਟ ਇਹ ਜ਼ਰੂਰੀ ਹੁੰਦੀਆਂ ਨੇ ਕਿਸੇ ਵੀ ਬੁੱਕ ਦੇ ਵਿੱਚ। ਥਰਡ ਅਗਰ ਆਪਾਂ ਗੱਲ ਕਰੀਏ, ਅਗਰ ਆਪਾਂ ਸਿੰਪਲ ਜਿਹੇ ਟੈਕਸਟ ਬੁੱਕਸ ਵੀ ਲੈ ਲੈਂਦੇ ਹਾਂ ਤਾਂ ਬਿਲਕੁਲ ਉਹਨਾਂ ਵਿੱਚ ਵੀ ਪ੍ਰੀਫੇਸ, ਐਕਨੋਲਜਮੈਂਟ, ਇੰਡੈਕਸ ਇਹ ਸਾਰਾ ਕੁਛ ਕੰਪਲੀਟਲੀ ਆਪਾਂ ਨੂੰ ਨਜ਼ਰ ਆਉਂਦਾ ਹੈ। ਥਰਡ ਦੇਖੋ ਆਪਣੇ ਕੋਲ ਕੀ ਹੈ, ਇੰਡੈਕਸ ਕੀ ਹੁੰਦਾ ਹੈ। ਇੰਡੈਕਸ ਦਾ ਆਪਾਂ ਨੂੰ ਸਾਰਿਆਂ ਨੂੰ ਕਲੀਅਰ ਹੈ, ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਤੁਹਾਨੂੰ ਕੋਈ ਵੀ ਡਾਊਟ ਹੋਊਗਾ। ਇੰਡੈਕਸ ਹੁੰਦਾ ਕੀ ਹੈ ਕਿ ਜਦੋਂ ਆਪਾਂ ਨੇ ਫੋਰ ਐਗਜ਼ਾਮਪਲ ਅਗਰ ਆਪਣੇ ਕੋਲ ਕਿਸੇ ਵੀ ਸਬਜੈਕਟ ਦੀ ਇੱਕ ਪਰਟੀਕੂਲਰ ਬੁੱਕ ਹੈ, ਉਸਦੇ ਚੈਪਟਰਸ ਨੇ, ਆਪਾਂ ਕੱਲਾ ਚੈਪਟਰ ਖੋਲ ਕੇ ਨਹੀਂ ਦੇਖਾਂਗੇ, ਆਪਾਂ ਇੰਡੈਕਸ 'ਤੇ ਜਾਵਾਂਗੇ। ਇੰਡੈਕਸ ਕੀ ਹੁੰਦਾ, ਜਿਹਦੇ ਵਿੱਚ ਆਪਾਂ ਨੂੰ ਪੂਰਾ ਦਾ ਪੂਰਾ ਇੱਕ ਲਿਸਟ ਹੁੰਦੀ ਹੈ, ਜਿਹਦੇ ਵਿੱਚ ਟੌਪਿਕਸ ਹੁੰਦੇ ਨੇ, ਪੇਜ ਨੰਬਰ ਹੁੰਦੇ ਨੇ, ਠੀਕ ਹੈ। ਜਿਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਵਾਲਾ ਟੌਪਿਕ ਇਸ ਪੇਜ ਨੰਬਰ ਦੇ ਉੱਪਰ ਹੋਏਗਾ, ਔਰ ਆਪਾਂ ਡਾਇਰੈਕਟਲੀ ਉੱਥੇ ਜਾ ਕੇ ਉਸਨੂੰ ਰੀਡ ਜਾਂ ਆਊਟ ਕਰਨਾ ਜੋ ਵੀ ਆਪਾਂ ਚਾਹੁੰਦੇ ਹਾਂ ਉਹ ਕਰ ਸਕਦੇ ਹਾਂ, ਠੀਕ ਹੈ। ਤਾਂ ਬਿਲਕੁਲ ਉੱਥੇ ਕੀ ਹੁੰਦਾ, ਇੰਡੈਕਸ ਦਾ ਮਤਲਬ ਹੁੰਦਾ ਇੱਕ ਲਿਸਟ ਹੁੰਦੀ ਹੈ, ਇੱਕ ਕੰਟੈਂਟ ਹੁੰਦਾ, ਜਾਂ ਫਿਰ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕੰਟੈਂਟ ਨੂੰ ਮੈਨੇਜ ਕੀਤਾ ਹੋਇਆ ਹੁੰਦਾ ਪ੍ਰੋਪਰਲੀ, ਤਾਂ ਕਿ ਆਪਾਂ ਨੂੰ ਡਿਫਿਕਲਟੀ ਨਾ ਹੋਵੇ ਆਪਣੇ ਕੰਟੈਂਟ ਨੂੰ ਲੱਭਣ ਦੇ ਵਿੱਚ, ਠੀਕ ਹੈ। ਤਾਂ ਉਹ ਇੰਡੈਕਸ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਵਿਦਾਊਟ ਇੰਡੈਕਸ ਬੁੱਕ ਹੈ ਜੋ ਕਿਤੇ ਨਾ ਕਿਤੇ ਇਨਕੰਪਲੀਟ ਹੁੰਦੀ ਹੈ, ਠੀਕ ਹੈ। ਤਾਂ ਇੰਡੈਕਸ ਬਹੁਤ ਜ਼ਿਆਦਾ ਇੱਕ ਲੋਕੇਸ਼ਨ ਜੀ ਆਪਾਂ ਨੂੰ ਦੇ ਦਿੰਦਾ ਹੈ ਕਿ ਹਾਂਜੀ ਇੰਨੇ ਪੇਜ ਨੰਬਰ 'ਤੇ ਵਾਲਾ ਟੌਪਿਕ ਹੈ। ਨੋਟ ਓਨਲੀ ਜਸਟ ਕਿ ਜਿਵੇਂ ਮੈਂ ਕਹਿ ਰਹੀ ਹਾਂ ਕਿਸੇ ਪਰਟੀਕੂਲਰ ਸਬਜੈਕਟ ਜਾਂ ਟੈਕਸਟ ਬੁੱਕ ਦੀ ਗੱਲ ਕਰ ਰਹੀ ਹਾਂ, ਅਗਰ ਕੋਈ ਨੋਵਲ ਵੀ ਹੈ ਉਸਦੇ ਜੋ ਪਾਰਟਸ ਹੁੰਦੇ ਨੇ, ਠੀਕ ਹੈ, ਉਹ ਵੀ ਪ੍ਰੋਪਰਲੀ ਇੰਡੈਕਸ ਨਾਲ ਆਪਾਂ ਨੂੰ ਦੇਖਣ ਨੂੰ ਮਿਲਦਾ। ਉਸਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਬੁੱਕ ਲੈ ਲਓ, ਇੰਡੈਕਸ ਤੁਹਾਨੂੰ ਨਜ਼ਰ ਆਏਗਾ ਹੀ ਆਏਗਾ, ਠੀਕ ਹੈ ਜੀ। ਤਾਂ ਬਿਲਕੁਲ ਇਹ ਸਾਰੀਆਂ ਚੀਜ਼ਾਂ ਨੇ, ਇੰਡੈਕਸ ਬਹੁਤ ਜ਼ਰੂਰੀ ਹੁੰਦਾ, ਇਸ ਲਈ ਇਸਨੂੰ ਬੈਕ ਆਫ ਦ ਬੁੱਕ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ।
ਨੈਕਸਟ ਅਗਰ ਆਪਾਂ ਗੱਲ ਕਰੀਏ ਰੈਫਰੈਂਸ ਕੀ ਹੁੰਦਾ, ਹੁਣ ਦੇਖੋ ਬੁੱਕ ਹੈ ਉਹਦੇ ਵਿੱਚ ਜੋ ਵੀ ਸੋਰਸ ਹੋਏਗਾ, ਲਾਈਕ ਕਿਸੇ ਦੀ ਬਾਇਓਗ੍ਰਾਫੀ, ਉਹ ਪੂਰੀ ਦੀ ਪੂਰੀ ਬਾਇਓਗ੍ਰਾਫੀ ਇੱਕ ਸੋਰਸ ਹੋ ਜਾਂਦੀ ਹੈ, ਠੀਕ ਹੈ। ਅਗਰ ਕੋਈ ਟੈਕਸਟ ਬੁੱਕ ਹੈ ਉਹਦੇ ਵਿੱਚ ਜੋ ਚੈਪਟਰਸ ਨੇ, ਜੋ ਸਟੱਡੀ ਮਟੀਰੀਅਲ ਉਹਦਾ ਸੋਰਸ ਹੋ ਜਾਂਦਾ ਹੈ। ਹੁਣ ਦੇਖੋ ਜਦੋਂ ਆਪਾਂ ਨੇ ਪ੍ਰੀਫੇਸ ਦੇਖ ਲਿਆ, ਆਫਟਰ ਦੈਟ ਆਪਾਂ ਨੇ ਦੇਖਿਆ ਹਾਂਜੀ ਥੈਂਕਫੁਲ ਮੈਸੇਜ ਵੀ ਹੈ, ਇੰਡੈਕਸ ਵੀ ਹੈ, ਉਸ ਤੋਂ ਬਾਅਦ ਆਪਣਾ ਪੂਰਾ ਸੋਰਸ ਸ਼ੁਰੂ ਹੋ ਜਾਂਦਾ ਹੈ। ਸੋਰਸ ਮੀਨ ਟੂ ਸੇ ਜਿਹਦੇ ਲਈ ਬੁੱਕ ਲਿਖੀ ਗਈ ਹੈ, ਕੋਈ ਆਈਡੀਆ, ਫੋਰ ਐਗਜ਼ਾਮਪਲ ਅਗਰ ਕੋਈ ਸਟੋਰੀ ਹੈ ਤਾਂ ਉਹ ਸਟੋਰੀ ਸ਼ੁਰੂ ਹੋ ਜਾਂਦੀ ਹੈ, ਜਿਸ ਨੂੰ ਆਪਾਂ ਸੋਰਸ ਬੋਲ ਸਕਦੇ ਹਾਂ, ਠੀਕ ਹੈ। ਉਸ ਨੂੰ ਆਪਾਂ ਰੈਫਰੈਂਸ ਬੋਲਦੇ ਹਾਂ ਕਿ ਕਿਸ ਟੌਪਿਕ ਦੇ ਉੱਪਰ ਜਾਂ ਕਿਸ ਚੀਜ਼ ਦੇ ਉੱਪਰ ਉਹ ਬੁੱਕ ਹੈ, ਉਸ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਨਾਲ ਇਸ ਦੇ ਚੱਲਦੀ ਰਹਿੰਦੀ ਹੈ ਗਲੋਸਰੀ ਅਗਰ ਆਪਾਂ ਗੱਲ ਕਰੀਏ, ਹੁਣ ਦੇਖੋ ਜਦੋਂ ਸੋਰਸ ਕੰਪਲੀਟ ਹੋ ਗਿਆ ਤਾਂ ਬਿਲਕੁਲ ਲਾਸਟ ਦੇ ਵਿੱਚ ਆਪਾਂ ਆ ਗਏ, ਖਤਮ ਹੋ ਗਈ ਬੁੱਕ ਪੂਰੀ, ਤਾਂ ਉੱਥੇ ਆਪਾਂ ਦੇਖਦੇ ਹਾਂ ਗਲੋਸਰੀ, ਲਾਈਕ ਕਿ ਕੁਛ ਅਗਰ ਗੱਲ ਕਰੀਏ, ਹਾਂਜੀ ਇੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਪਹਿਲੀ ਗੱਲ ਤਾਂ ਇਹ ਐਂਡ ਆਫ ਦ ਬੁੱਕ ਹੁੰਦੀ ਹੈ ਬਿਲਕੁਲ। ਸੈਕਿੰਡ ਅਗਰ ਆਪਾਂ ਗੱਲ ਕਰੀਏ ਇਹ ਅਲਫਾਬੈਟੀਕਲ ਆਰਡਰ ਦੇ ਵਿੱਚ ਹੁੰਦੀ ਹੈ, ਠੀਕ ਹੈ। ਜਿਵੇਂ ਕਿ ਗਲੋਸਰੀ ਦੇ ਵਿੱਚ ਅਗਰ ਸਿੰਪਲ ਸ਼ਬਦਾਂ ਵਿੱਚ ਕਹੀਏ, ਫੋਰ ਐਗਜ਼ਾਮਪਲ ਅਗਰ ਆਪਾਂ ਇੰਗਲਿਸ਼ ਦੀ ਕੋਈ ਵੀ ਬੁੱਕ ਪੜ੍ਹ ਰਹੇ ਹਾਂ ਤਾਂ ਉਹਦੇ ਵਿੱਚ ਡਿਫੀਕਲਟ ਵੋਕੈਬਸ ਹੁੰਦੇ ਨੇ। ਬਹੁਤ ਸਾਰੀਆਂ ਬੁੱਕ ਦੇ ਵਿੱਚ ਇੱਦਾਂ ਆਪਾਂ ਨੂੰ ਨਜ਼ਰ ਆਉਂਦਾ ਹੈ ਕਿ ਲਾਸਟ ਦੇ ਵਿੱਚ ਜੋ ਡਿਫੀਕਲਟ ਵਰਡ ਹੁੰਦੇ ਨੇ ਉਹਨਾਂ ਨੂੰ ਜਿਵੇਂ ਫੋਰ ਐਗਜ਼ਾਮਪਲ ਕੋਈ ਵੀ ਬੁੱਕ ਹੈ, ਉਸ ਦੇ ਵਿੱਚ ਕੋਈ ਟੌਪਿਕ ਹੈ, ਉਸ ਦੇ ਵਿੱਚ ਜੋ ਡਿਫੀਕਲਟ ਵਰਡਸ ਨੇ, ਜੋ ਵੋਕੈਬ ਹੈ, ਉਸਨੂੰ ਡਾਰਕ ਕਰਕੇ ਲਿਖਿਆ ਹੋਇਆ ਹੁੰਦਾ ਹੈ, ਔਰ ਲਾਸਟ ਦੇ ਵਿੱਚ ਬੁੱਕ ਦੇ ਲਾਸਟ ਦੇ ਵਿੱਚ ਉਹਨਾਂ ਡਾਰਕ ਕੀਤੇ ਹੋਏ ਵਰਡਸ ਨੂੰ ਉਹਨਾਂ ਦੇ ਮੀਨਿੰਗ ਨਾਲ ਪੂਰਾ ਐਕਸਪਲੇਨ ਕੀਤਾ ਹੋਇਆ ਹੁੰਦਾ ਹੈ। ਇਸ ਨੂੰ ਆਪਾਂ ਕੀ ਬੋਲਦੇ ਹਾਂ, ਗਲੋਸਰੀ ਬੋਲਦੇ ਹਾਂ, ਠੀਕ ਹੈ। ਔਰ ਇਹ ਬਹੁਤ ਅਗਰ ਆਪਾਂ ਗੱਲ ਕਰੀਏ ਕਾਫੀ ਬੁੱਕਸ ਦੇ ਵਿੱਚ ਆਪਾਂ ਨੂੰ ਨੋਰਮਲੀ ਦੇਖਣ ਨੂੰ ਮਿਲ ਜਾਂਦਾ ਹੈ, ਤਾਂ ਬਿਲਕੁਲ ਇਹ ਹੁੰਦੀ ਹੈ ਗਲੋਸਰੀ, ਠੀਕ ਹੈ। ਤਾਂ ਦੁਬਾਰਾ ਦੱਸ ਰਹੀ ਹਾਂ, ਜੋ ਮਤਲਬ ਕੁਛ ਅਗਰ ਗੱਲ ਕਰੀਏ ਨੋਟ ਓਨਲੀ ਅਬਾਊਟ ਡਿਫੀਕਲਟ ਵਰਡ, ਕੁਛ ਨੌਲੇਜਬਲ ਟਰਮਸ ਹੋ ਸਕਦੀਆਂ ਨੇ, ਠੀਕ ਹੈ। ਤਾਂ ਬਿਲਕੁਲ ਇੱਦਾਂ ਦਾ ਜੋ ਵੀ ਨੌਲੇਜਬਲ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਜਿਵੇਂ ਵੋਕੈਬ ਹੈ, ਉਸਦੇ ਜੋ ਡਿਫੀਕਲਟ ਵਰਡਸ ਨੇ ਉਹਨਾਂ ਨੂੰ ਲਾਸਟ ਦੇ ਵਿੱਚ ਬਿਲਕੁਲ ਅਲਫਾਬੈਟੀਕਲੀ ਅਰੇਂਜ ਕਰਕੇ ਜੋ ਅਗਰ ਗੱਲ ਕਰੀਏ ਨਾਲ ਉਹਨਾਂ ਦੇ ਕਈ ਵਾਰੀ ਕੀ ਹੁੰਦਾ, ਉਹਨਾਂ ਵਰਡਸ ਦੇ ਨਾਲ ਪੇਜ ਨੰਬਰ ਵੀ ਲਿਖ ਦਿੱਤਾ ਜਾਂਦਾ ਹੈ ਕਿ ਇਹ ਵਾਲਾ ਵਰਡ ਜੋ ਹੈ ਇਸ ਪੇਜ ਨੰਬਰ ਦੇ ਉੱਪਰ ਤੁਹਾਨੂੰ ਮਿਲਿਆ ਸੀ, ਠੀਕ ਹੈ। ਤਾਂ ਉਸ ਅਕੋਰਡਿੰਗ ਪੂਰੀ ਵੋਕੈਬ ਹੁੰਦੀ ਹੈ। ਉਮੀਦ ਹੈ ਤੁਸੀਂ ਸਮਝ ਰਹੇ ਹੋਵੋਗੇ ਮੈਂ ਕੀ ਕਹਿਣਾ ਚਾਹੁੰਦੀ ਹਾਂ। ਉਸ ਨੂੰ ਆਪਾਂ ਕੀ ਬੋਲਦੇ ਹਾਂ, ਗਲੋਸਰੀ ਬੋਲਦੇ ਹਾਂ, ਠੀਕ ਹੈ। ਇਹ ਅਲਫਾਬੈਟੀਕਲ ਆਰਡਰ ਦੇ ਵਿੱਚ ਹੁੰਦੀ ਹੈ। ਲਿਸਟ ਆਫ ਇੰਪੋਰਟੈਂਟ ਵੋਕੈਬੂਲਰੀ ਵਰਡਸ, ਜਿਹੜੇ ਵੋਕੈਬੂਲਰੀ ਵਰਡਸ ਪੂਰੀ ਬੁੱਕ ਦੇ ਵਿੱਚ ਸੋਰਸ ਦੇ ਵਿੱਚ ਆਪਾਂ ਨੂੰ ਮਿਲਦੇ ਨੇ, ਜੋ ਕਿ ਕਿਤੇ ਨਾ ਕਿਤੇ ਥੋੜ੍ਹੇ ਬਹੁਤ ਡਾਰਕ ਕੀਤੇ ਹੁੰਦੇ ਨੇ ਤਾਂ ਕਿ ਕਲੀਅਰ ਹੋ ਜਾਵੇ ਕਿ ਇਸ ਵਰਡ ਨੂੰ ਡਾਰਕ ਕੀਤਾ ਹੋਇਆ ਔਰ ਇਸ ਦਾ ਜੋ ਮੀਨਿੰਗ ਹੈ ਉਹ ਲਾਸਟ 'ਤੇ ਹੋਏਗਾ, ਠੀਕ ਹੈ। ਤਾਂ ਆਪਾਂ ਉੱਥੇ ਜਾ ਕੇ ਚੈੱਕ ਕਰ ਸਕਦੇ ਹਾਂ ਕਿ ਇਸ ਦਾ ਕੀ ਮਤਲਬ ਹੈ, ਠੀਕ ਹੈ। ਨੈਕਸਟ ਅਗਰ ਗੱਲ ਕਰੀਏ ਤਾਂ ਦ ਵਰਡ ਇਜ਼ ਉਹੀ ਗੱਲ ਹੋ ਗਈ, ਠੀਕ ਹੈ। ਡੈਫੀਨੇਸ਼ਨ ਉਸ ਦੇ ਨਾਲ, ਜੋ ਉਸਦਾ ਮੀਨਿੰਗ ਉਸ ਦੇ ਨਾਲ ਲਿਖਿਆ ਹੋਇਆ ਹੁੰਦਾ ਤਾਂ ਕਿ ਆਪਾਂ ਸਮਝ ਸਕੀਏ ਉਸ ਨੂੰ। ਸਮਟਾਈਮ ਦਾ ਗਲੋਸਰੀ ਆਲਸੋ ਵਿਲ ਦ ਵਟ ਪੇਜ ਨੰਬਰ, ਠੀਕ ਹੈ। ਤਾਂ ਗਲੋਸਰੀ ਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਪੇਜ ਨੰਬਰ ਵੀ ਨਾਲ ਉਸ ਵਰਡ 'ਤੇ ਲਿਖ ਦਿੱਤੇ ਜਾਂਦੇ ਕਿ ਇਹ ਵਰਡ ਤੁਹਾਨੂੰ ਇਸ ਪੇਜ ਨੰਬਰ ਦੇ ਉੱਪਰ ਮਿਲਿਆ ਸੀ, ਜਿਵੇਂ ਕਿ ਮੈਂ ਹੁਣੀ ਤੁਹਾਨੂੰ ਦੱਸ ਕੇ ਹਟੀ ਹਾਂ, ਠੀਕ ਹੈ ਜੀ। ਤਾਂ ਬਿਲਕੁਲ ਇਹ ਸਾਰਾ ਕੁਛ ਕਿਹਦੇ ਵਿੱਚ ਆ ਜਾਂਦਾ, ਗਲੋਸਰੀ ਦੇ ਵਿੱਚ ਆ ਜਾਂਦਾ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ, ਉਸ ਤੋਂ ਬਾਅਦ ਆ ਜਾਂਦੀ ਹੈ ਜੀ ਅਪੈਂਡਿਕਸ, ਠੀਕ ਹੈ। ਇਹ ਕੀ ਹੁੰਦਾ ਐਟ ਦ ਬੈਕ ਆਫ ਦ ਬੁੱਕ ਦੇ ਬਿਲਕੁਲ ਬੈਕ ਦੇ ਵਿੱਚ ਹੁੰਦਾ, ਬੈਕ 'ਤੇ ਹੁੰਦਾ, ਠੀਕ ਹੈ। ਕੁਛ ਐਡੀਸ਼ਨਲ 'ਚ ਇਨਫੋਰਮੇਸ਼ਨ ਹੁੰਦੀ ਹੈ, ਕੁਛ ਸਪਲੀਮੈਂਟਰੀ ਐਡੀਸ਼ਨਲ ਇਨਫੋਰਮੇਸ਼ਨ ਹੁੰਦੀ ਹੈ, ਲਾਈਕ ਫੋਰ ਐਗਜ਼ਾਮਪਲ ਕੁਛ ਬੁੱਕਸ ਹੁੰਦੀਆਂ ਨੇ ਜਿਹਦੇ ਲਾਸਟ 'ਤੇ ਕੁਛ ਮੋਡਲ ਟੈਸਟ ਪੇਪਰ, ਕੁਛ ਕੁਐਸਚਨ ਪੇਪਰ ਟਾਈਪ ਕੁਛ ਦਿੱਤਾ ਹੋਇਆ ਹੁੰਦਾ, ਜਾਂ ਫਿਰ ਬਹੁਤ ਸਾਰੀ ਬੁੱਕਸ ਇੱਦਾਂ ਦੀਆਂ ਹੁੰਦੀਆਂ ਨੇ ਜਿਹਦੇ ਵਿੱਚ ਹੋਰ ਸਬਜੈਕਟਸ ਦੀਆਂ ਬੁੱਕਸ ਦੀ ਅਗਰ ਆਪਾਂ ਗੱਲ ਕਰੀਏ ਕਿ ਹਾਂਜੀ ਇਸੇ ਆਥਰ ਦੁਆਰਾ ਲਿਖੇ ਗਏ ਜੋ ਬਾਕੀ ਸਬਜੈਕਟਸ ਦੀਆਂ ਬੁੱਕ ਨੇ ਉਹ ਇਸ ਤਰੀਕੇ ਨਾਲ ਅਵੇਲੇਬਲ ਹੈਗੀਆਂ ਨੇ। ਤਾਂ ਇੱਦਾਂ ਦਾ ਬਹੁਤ ਕੁਛ ਆਪਾਂ ਨੂੰ ਹਰ ਬੁੱਕ ਦੇ ਐਂਡ ਦੇ ਉੱਪਰ ਮਿਲਦਾ ਹੈ, ਠੀਕ ਹੈ। ਜ਼ਰੂਰੀ ਨਹੀਂ ਹੈ ਕਿ ਸੇਮ ਹੋਵੇ, ਹੋ ਸਕਦਾ ਕੁਐਸਚਨ ਪੇਪਰਸ ਹੋਣ, ਹੋ ਸਕਦਾ ਇਸ ਤਰੀਕੇ ਨਾਲ ਜੋ ਅਨਦਰ ਬੁੱਕਸ ਨੇ ਸਬਜੈਕਟਸ ਦੀਆਂ ਉਹ ਹੋਣ, ਠੀਕ ਹੈ। ਤਾਂ ਕੁਛ ਵੀ ਹੋ ਸਕਦਾ ਹੈ। ਅਤੇ ਔਰ ਇਹ ਅਗਰ ਆਪਾਂ ਗੱਲ ਕਰੀਏ ਜ਼ਰੂਰੀ ਨਹੀਂ ਕਿ ਸਿਰਫ ਇੱਕ ਹੀ ਅਪੈਂਡਿਕਸ ਹੋਏਗਾ, ਤਾਂ ਮੋਰ ਦੈਨ ਵਨ ਵੀ ਹੋ ਸਕਦੇ ਨੇ। ਅਗਰ ਮੋਰ ਦੈਨ ਵਨ ਅਪੈਂਡਿਕਸ ਨੇ ਤਾਂ ਉਸ ਨੂੰ ਅਪੈਂਡਿਕਸ ਏ, ਅਪੈਂਡਿਕਸ ਬੀ, ਅਪੈਂਡਿਕਸ ਸੀ ਇਸ ਤਰੀਕੇ ਨਾਲ, ਜਾਂ ਫਿਰ 1 2 3 ਜਿਵੇਂ ਕਿ ਮੈਂ ਤੁਹਾਨੂੰ ਇੱਥੇ ਲਿਖ ਕੇ ਦੱਸਿਆ ਹੋਇਆ ਕਿ 1 2 3 ਇਸ ਤਰੀਕੇ ਨਾਲ ਹੋ ਸਕਦਾ ਹੈ, ਠੀਕ ਹੈ। ਤੁਸੀਂ ਕੋਈ ਵੀ ਬੁੱਕ ਲੈ ਕੇ ਦੇਖੋਗੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ, ਤਾਂ ਤੁਹਾਨੂੰ ਲਾਸਟ ਦੇ ਉੱਪਰ ਬਹੁਤ ਸਾਰੀਆਂ ਹੋਰ ਇੱਦਾਂ ਦੀਆਂ ਬੁੱਕਸ ਦੀ ਐਡਵਰਟਾਈਜ਼ਮੈਂਟ ਦੀ ਤਰ੍ਹਾਂ ਦਿਖੇਗਾ ਜਿਹਦੇ ਵਿੱਚ ਦੱਸਿਆ ਹੋਇਆ ਹੁੰਦਾ ਕਿ ਹਾਂਜੀ ਇਸ ਸਬਜੈਕਟ ਦੀ ਜਾਂ ਇਸ ਫੀਲਡ ਦੇ ਵਿੱਚ ਜੋ ਬੁੱਕਸ ਨੇ ਉਹ ਵੀ ਤੁਹਾਡੇ ਸਾਡੇ ਲਈ ਅਵੇਲੇਬਲ ਨੇ। ਉਹ ਇੱਕ ਐਗਜ਼ਾਮਪਲ ਹੋ ਜਾਂਦੀ ਹੈ ਕਿਹਦੀ, ਅਪੈਂਡਿਕਸ ਦੀ, ਠੀਕ ਹੈ ਜੀ। ਤਾਂ ਬਿਲਕੁਲ ਇਹ ਸੀਗਾ ਕਿ ਕੀ ਹੁੰਦਾ ਇੱਕ ਬੁੱਕ ਦੇ ਵਿੱਚ। ਤਾਂ ਇੱਕ ਵਾਰੀ ਦੁਬਾਰਾ ਇਹ ਰਿਵਿਊ ਜਿਹਾ ਲੈ ਲੈਂਦੇ ਹਾਂ। ਜਿਵੇਂ ਕਿ ਫਸਟ ਵਨ ਇਜ਼ ਪ੍ਰੀਫੇਸ ਹੁੰਦਾ, ਠੀਕ ਹੈ। ਫਿਰ ਐਕਨੋਲੇਜਮੈਂਟ ਹੁੰਦੀ ਹੈ, ਇੰਡੈਕਸ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਗਲੋਸਰੀ ਤੋਂ ਪਹਿਲਾਂ ਹੋਏਗਾ ਰੈਫਰੈਂਸ ਔਰ ਐਂਡ 'ਤੇ ਹੋਏਗਾ ਅਪੈਂਡਿਕਸ। ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਵੀ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਤੁਸੀਂ ਪੁੱਛ ਸਕਦੇ ਹੋ। ਨੈਕਸਟ ਅਗਰ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਆ ਜਾਂਦਾ ਅਪਰੋਚ ਟੂ ਰਾਈਟ ਅ ਟੈਕਸਟ ਬੁੱਕ। ਹੁਣ ਟੈਕਸਟ ਬੁੱਕ ਅਗਰ ਲਿਖਣੀ ਹੈ ਤਾਂ ਉਸਦੇ ਕੁਛ ਅਪਰੋਚਿਸ ਹੁੰਦੇ ਨੇ। ਇੱਦਾਂ ਨਹੀਂ ਹੈ ਕਿ ਕੁਛ ਵੀ ਆਪਣੇ ਮਨ ਦੇ ਵਿੱਚ ਆਇਆ ਲਿਖਤਾ ਅਤੇ ਉਹ ਆਪਣੀ ਬੁੱਕ ਬਣ ਗਈ, ਕਿਉਂਕਿ ਰਾਈਟਰ ਇੱਕ ਪਰਟੀਕੂਲਰ ਉਸਨੂੰ ਪਤਾ ਹੁੰਦਾ ਕਿ ਕਿਸ ਤਰੀਕੇ ਨਾਲ ਆਪਾਂ ਨੇ ਬੁੱਕ ਨੂੰ ਲਿਖਣਾ ਹੈ। ਉਸ ਨੂੰ ਲਿਖਣ ਦੇ ਵੀ ਬਹੁਤ ਸਾਰੇ ਅਗਰ ਆਪਾਂ ਗੱਲ ਕਰੀਏ ਜਿਵੇਂ ਕਿ ਹੁਣ ਆਪਾਂ ਕਰਦੇ ਹਾਂ ਇੱਥੇ ਸਮਝ ਆ ਜਾਏਗਾ ਤੁਹਾਨੂੰ, ਠੀਕ ਹੈ।
ਹੁਣ ਜਿਵੇਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਅਟਰੈਕਸ਼ਨ ਦਾ। ਹੁਣ ਬੁੱਕ ਅਗਰ ਇਸ ਤਰੀਕੇ ਦੀ ਹੋਏਗੀ ਕਿ ਉਹ ਕਿਸੇ ਨੂੰ ਅਟਰੈਕਟ ਹੀ ਨਹੀਂ ਕਰਵਾ ਰਹੀ ਆਪਣੇ ਵੱਲ, ਫੋਰ ਐਗਜ਼ਾਮਪਲ ਇੱਥੇ ਮੇਰੇ ਕੋਲ 10 ਬੁੱਕਸ ਪਈਆਂ ਨੇ, ਠੀਕ ਹੈ, ਔਰ ਇਹਨਾਂ ਵਿੱਚੋਂ ਕੋਈ ਵੀ ਬੁੱਕ ਇੱਕ ਇੱਦਾਂ ਦੀ ਨਹੀਂ ਹੈ ਜੋ ਕਿਤੇ ਨਾ ਕਿਤੇ, ਜੋ ਅਗਰ ਗੱਲ ਕਰੀਏ ਕਵਰ ਕਹਿ ਦਿੰਦੇ ਹਾਂ ਰਾਈਟ ਆਪਾਂ, ਆਊਟਸਾਈਡ ਆਫ ਦਾ ਬੁੱਕ, ਤਾਂ ਕਿਤੇ ਨਾ ਕਿਤੇ ਉਹ ਅਟਰੈਕਟਿਵ ਹੋਣੀ ਚਾਹੀਦੀ ਹੈ, ਠੀਕ ਹੈ। ਉਸਦਾ ਸਾਈਜ਼ ਇੱਦਾਂ ਨਹੀਂ ਹੈ ਬਹੁਤ ਜ਼ਿਆਦਾ ਵੱਡਾ। ਬਹੁਤ ਸਾਰੀਆਂ ਬੁੱਕਸ ਤਾਂ ਆਪਾਂ ਇਹ ਸੋਚ ਕੇ ਲੈਂਦੇ ਨਹੀਂ ਕਿ ਇੰਨੀ ਮੋਟੀ ਬੁੱਕ ਆ, ਉਹਨੂੰ ਕੌਣ ਪੜ੍ਹੇਗਾ, ਰਾਈਟ। ਤਾਂ ਥੋੜਾ ਸਾਈਜ਼ ਉੱਪਰ ਥੋੜਾ ਧਿਆਨ ਦੇਣਾ ਚਾਹੀਦਾ ਹੈ। ਕਲਰ ਉਸਦਾ ਇਸ ਤਰੀਕੇ ਨਾਲ ਅਟਰੈਕਟਿਵ ਹੋਣਾ ਚਾਹੀਦਾ ਹੈ, ਠੀਕ ਹੈ। ਨੇਮ ਉਸਦਾ ਟਾਈਟਲ ਇਸ ਤਰੀਕੇ ਦਾ ਹੋਣਾ ਚਾਹੀਦਾ ਕਿ ਅਗਰ ਆਪਾਂ ਦੇਖ ਰਹੇ ਹਾਂ, ਆਪਾਂ ਉਸਦਾ ਨੇਮ ਜਾਂ ਟਾਈਟਲ ਪੜ੍ਹਿਆ ਤਾਂ ਆਪਾਂ ਨੂੰ ਲੱਗੇ ਕਿ ਹਾਂ ਇਹਦੇ ਵਿੱਚ ਕੀ ਹੋ ਸਕਦਾ, ਇੰਟਰਸਟ ਕਿਊਰੀਓਸਿਟੀ ਪੈਦਾ ਹੋਵੇ, ਠੀਕ ਹੈ। ਤਾਂ ਬਿਲਕੁਲ ਬਾਈਂਡਿੰਗ ਉਹਦੀ ਅੱਛੀ ਹੋਣੀ ਚਾਹੀਦੀ ਹੈ। ਕੁਆਲਿਟੀ ਆਫ ਦਾ ਪੇਪਰ, ਬਹੁਤ ਚੀਜ਼ਾਂ ਇਹ ਮੈਟਰ ਕਰਦੀਆਂ ਨੇ ਕਿ ਕੁਆਲਿਟੀ ਆਫ ਦਾ ਪੇਪਰ ਜਾਂ ਬਾਈਂਡਿੰਗ ਉਸਦੀ ਅੱਛੀ ਹੈ ਜਾਂ ਨਹੀਂ, ਠੀਕ ਹੈ। ਤਾਂ ਮੋਸਟਲੀ ਜਦੋਂ ਆਪਾਂ ਖੁਦ ਵੀ ਬੁੱਕਸ ਲੈਂਦੇ ਹਾਂ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਹੀ ਲੈਂਦੇ ਹਾਂ। ਫੌਂਟ ਅੱਛੇ ਹੋਣੇ ਚਾਹੀਦੇ ਨੇ। ਪਿਕਚਰਸ ਦਾ ਕਿਤੇ ਨਾ ਕਿਤੇ ਉਹਦਾ ਉੱਚ ਯੂਜ਼ ਕੀਤਾ ਹੋਣਾ ਚਾਹੀਦਾ, ਫਿੱਕੀ ਫਿੱਕੀ ਜਿਹੀ ਨਹੀਂ ਹੋਣੀ ਚਾਹੀਦੀ। ਕਹਿੰਦਾ ਮਤਲਬ ਸਿੰਪਲ ਸ਼ਬਦਾਂ ਵਿੱਚ ਉਹੀ ਆ ਗਿਆ ਕਿ ਅਟਰੈਕਟਿਵ ਹੋਣੀ ਚਾਹੀਦੀ ਹੈ, ਤਾਂ ਕਿ ਜੋ ਰੀਡਰ ਹੈ ਉਹ ਕਿਤੇ ਨਾ ਕਿਤੇ ਅਟਰੈਕਟ ਹੋ ਸਕੇ ਔਰ ਉਹ ਬੁੱਕ ਨੂੰ ਲੈਣ ਦੀ ਇੱਛਾ ਉਸਦੇ ਅੰਦਰ ਪੈਦਾ ਹੋਵੇ, ਠੀਕ ਹੈ ਜੀ। ਤਾਂ ਬਿਲਕੁਲ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਚਲੋ ਇਹ ਤਾਂ ਸੀਗਾ ਅਟਰੈਕਸ਼ਨ, ਠੀਕ ਹੈ। ਸਭ ਤੋਂ ਪਹਿਲਾਂ ਅਗਰ ਆਪਾਂ 10 ਬੁੱਕਸ ਪਈਆਂ ਨੇ ਜਾਂ ਲਾਇਬ੍ਰੇਰੀ ਦੇ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਨਿਗਾਹ ਮਾਰਦੇ ਹਾਂ ਕਿ ਹਾਂਜੀ ਕਿਹੜੀ ਬੁੱਕ ਮੈਂ ਲੈ ਸਕਾਂ, ਤਾਂ ਉੱਥੇ ਜੋ ਬੁੱਕ ਆਪਾਂ ਨੂੰ ਅਟਰੈਕਟ ਕਰੀਏ ਆਪਾਂ ਉਸ ਵੱਲ ਜਾਵਾਂਗੇ। ਸਿੰਪਲ ਜੀ ਗੱਲ ਹੈ ਤਾਂ ਹੈ ਨਾ। ਅੱਗੇ ਅਗਰ ਆਪਾਂ ਗੱਲ ਕਰੀਏ ਇੰਟਰਸਟ ਦੀ, ਠੀਕ ਹੈ, ਉਸ ਤੋਂ ਬਾਅਦ ਹਾਂ ਇੰਟਰਸਟ ਆਪਾਂ ਦੇਖਦੇ ਹਾਂ ਜੀ, ਮਤਲਬ ਕਿਤੇ ਨਾ ਕਿਤੇ ਜੋ ਰੀਡਰ ਹੈ ਉਸਦੀ ਸੋਚ ਨਾਲ ਮਿਲਦੀ ਹੋਣੀ ਚਾਹੀਦੀ ਹੈ। ਲਾਈਕ ਫੋਰ ਐਗਜ਼ਾਮਪਲ ਬੁੱਕ ਹੈ, ਠੀਕ ਹੈ, ਆਪਾਂ ਨੂੰ ਅਟਰੈਕਟ ਕਰ ਗਈ, ਠੀਕ ਹੈ, ਬਟ ਆਪਣੀ ਜੋ ਆਪਾਂ ਜੋ ਸੋਚ ਕੇ ਆਏ ਸੀ ਕਿ ਹਾਂਜੀ ਮੈਨੇ ਇਹ ਬੁੱਕ ਲੈਣੀ ਹੈ, ਫੋਰ ਐਗਜ਼ਾਮਪਲ ਮੇਰਾ ਇੰਟਰਸਟ ਸਪੋਰਟਸ ਦੇ ਵਿੱਚ ਹੈ, ਤਾਂ ਮੈਂ ਸੋਚ ਕੇ ਆਈ ਸੀ ਕਿ ਮੈਨੇ ਸਪੋਰਟਸ ਨਾਲ ਰਿਗਾਰਡਿੰਗ ਕੁਛ ਵੀ ਇੱਕ ਬੁੱਕ ਲੈਣੀ ਹੈ, ਠੀਕ ਹੈ। ਬਟ ਜੋ ਬੁੱਕ ਮੇਰੀ ਜਿਸ ਬੁੱਕ ਨੇ ਮੈਨੂੰ ਅਟਰੈਕਟ ਕੀਤਾ ਉਹ ਸਪੋਰਟਸ ਦੀ ਨਾ ਹੋ ਕੇ ਕਿਸੇ ਆਰਟ ਜਾਂ ਕਿਸੇ ਹੋਰ ਫੀਲਡ ਦੀ ਸੀ, ਜਿਹਦੇ ਕਰਕੇ ਓਬਵੀਅਸ ਗੱਲ ਹੈ ਮੈਂ ਉਸ ਨੂੰ ਨਹੀਂ ਲੈਣਾ ਚਾਹੂੰਗੀ। ਤਾਂ ਕਿਤੇ ਨਾ ਕਿਤੇ ਆਪਾਂ ਨੂੰ ਇਸ ਗੱਲ ਦਾ ਵੀ ਉਹ ਦੇਖਣਾ ਚਾਹੀਦਾ ਕਿ ਜੋ ਰੀਡਰ ਹੈ, ਜ਼ਿਆਦਾਤਰ ਰੀਡਰਸ ਕਿਸ ਵੱਲ ਨੂੰ ਚੀਜ਼ ਨੂੰ ਲੈਣਾ ਪਸੰਦ ਕਰਦੇ ਨੇ, ਠੀਕ ਹੈ। ਤਾਂ ਉਹਨਾਂ ਦਾ ਇੰਟਰਸਟ ਕਿਸ ਚੀਜ਼ ਦੇ ਵਿੱਚ, ਉਹਨਾਂ ਦੀ ਸੋਚ ਕਿਸ ਤਰੀਕੇ ਨਾਲ ਮਿਲਦੀ ਹੈ, ਠੀਕ ਹੈ। ਉਸ ਤੋਂ ਬਾਅਦ ਅਗਰ ਡਿਜ਼ਾਇਰ ਉਹੀ ਆ ਗਿਆ ਕਿ ਉਹਨਾਂ ਦੀ ਇੱਛਾ ਦੇ ਅਕੋਰਡਿੰਗ ਆਪਾਂ ਨੂੰ ਹੋਣਾ ਚਾਹੀਦਾ, ਠੀਕ ਹੈ। ਐਕਸ਼ਨ, ਉਹਦੇ ਵਿੱਚ ਕੋਈ ਵੀ ਐਕਟ ਜਾਂ ਫਿਰ ਕੋਈ ਪ੍ਰੈਕਟੀਕਲ ਜਿਹੀ ਗੱਲ ਹੋਣੀ ਚਾਹੀਦੀ ਹੈ, ਠੀਕ ਹੈ, ਜਿਹਦੇ ਵਿੱਚ ਹਾਂਜੀ ਜਾਂ ਤਾਂ ਕੋਈ ਐਕਟ ਹੋਏਗਾ, ਠੀਕ ਹੈ, ਮਤਲਬ ਕੋਈ ਸਟੋਰੀ ਹੋਏਗੀ ਜਾਂ ਫਿਰ ਕੋਈ ਪ੍ਰੈਕਟੀਕਲ ਜਿਹੀ ਇੱਦਾਂ ਦੀ ਗੱਲ ਹੋਏਗੀ ਜਿਸ 'ਤੇ ਉੱਪਰ ਯਕੀਨ ਕੀਤਾ ਜਾ ਸਕੇ, ਠੀਕ ਹੈ। ਇੱਦਾਂ ਨਹੀਂ ਹੋਣਾ ਚਾਹੀਦਾ ਕਿ ਹਾਂਜੀ ਬਾਹਰੋਂ ਬਹੁਤ ਅਟਰੈਕਟਿਵ ਸੀ ਬਟ ਅੰਦਰ ਕੁਛ ਵੀ ਇੱਦਾਂ ਦਾ ਸਾਨੂੰ ਨੈਗੇਟਿਵ ਪੁਆਇੰਟਸ ਮਿਲੇ ਜਾਂ ਕੁਛ ਵੀ ਇੱਦਾਂ ਦਾ ਨਹੀਂ ਹੋਣਾ ਚਾਹੀਦਾ, ਠੀਕ ਹੈ। ਤਾਂ ਇਹ ਸਾਰੀਆਂ ਗੱਲਾਂ ਨੂੰ ਆਪਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੀ ਕਰਨੀ ਚਾਹੀਦੀ ਹੈ, ਬੁੱਕ ਨੂੰ ਲਿਖਣਾ ਚਾਹੀਦਾ ਜਾਂ ਬੁੱਕ ਨੂੰ ਬਣਾਉਣਾ ਚਾਹੀਦਾ। ਅਪਰੋਚ ਟੂ ਰਾਈਟ ਅ ਬੁੱਕ, ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ ਕੀ ਕੁਆਲਿਟੀਜ਼ ਇਹਦੇ ਵਿੱਚ ਹੁੰਦੀਆਂ ਨੇ, ਠੀਕ ਹੈ, ਕਰੈਕਟਰਿਸਟਿਕਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਕਿਹੜੀਆਂ ਹੁੰਦੀਆਂ ਨੇ। ਬੁੱਕ ਸ਼ੁੱਡ ਬੀ ਰਿਟਨ ਇਨ ਕਲੀਅਰ ਐਂਡ ਸਿੰਪਲ ਲੈਂਗੁਏਜ, ਠੀਕ ਹੈ। ਹੁਣ ਬੁੱਕ ਦੇ ਵਿੱਚ ਬਹੁਤ ਡਿਫਿਕਲਟ ਵਰਡ ਤੁਸੀਂ ਲਿਖ ਦੋਗੇ ਔਰ ਹੁਣ ਲਾਸਟ ਦੇ ਉੱਪਰ ਗਲੋਸਰੀ ਵੀ ਨਹੀਂ ਲਿਖੀ, ਗਲੋਸਰੀ ਮੈਨੂੰ ਤੁਸੀਂ ਉਹੀ ਵੋਕੈਬ ਹੋ ਗਿਆ ਕਿ ਜਿਹੜੇ ਡਿਫਿਕਲਟ ਵਰਡਸ ਨੇ ਉਹਨਾਂ ਦਾ ਮੀਨਿੰਗ ਹੋ ਗਿਆ। ਤਾਂ ਜੋ ਰੀਡਰ ਹੈ ਉਹ ਸਮਝ ਹੀ ਨਹੀਂ ਪਾਏਗਾ ਕਿ ਬੁੱਕ ਦੇ ਵਿੱਚ ਰਾਈਟਰ ਕਹਿਣਾ ਕੀ ਚਾਹੁੰਦਾ, ਜਾਂ ਕਿਤੇ ਨਾ ਕਿਤੇ ਉਸਦੇ ਅੰਡਰਸਟੈਂਡ ਨਹੀਂ ਕਰ ਪਾਏਗਾ ਉਹਨਾਂ ਚੀਜ਼ਾਂ ਨੂੰ, ਉਸਨੂੰ ਸਮਝ ਹੀ ਨਹੀਂ ਆਏਗਾ ਤਾਂ ਉਹ ਪੜ੍ਹੇਗਾ ਕਿੱਦਾਂ, ਠੀਕ ਹੈ। ਤਾਂ ਬਿਲਕੁਲ ਜੋ ਬੁੱਕ ਹੈ ਉਹ ਸਿੰਪਲ ਹੋਣੀ ਚਾਹੀਦੀ ਹੈ, ਸਿੰਪਲ ਜਿਹੀ ਲੈਂਗੁਏਜ ਹੋਣੀ ਚਾਹੀਦੀ ਹੈ। ਅਗਰ ਤੁਸੀਂ ਵੋਕੈਬ ਯੂਜ਼ ਕਰ ਵੀ ਰਹੇ ਹੋ ਤਾਂ ਬੈਕ ਦੇ ਵਿੱਚ ਤੁਹਾਡੇ ਕੋਲ ਗਲੋਸਰੀ ਵਰਗੀ ਜੋ ਪ੍ਰੋਪਰ ਇੱਕ ਔਰਗਨਾਈਜੇਸ਼ਨ ਹੈ ਉਹ ਤੁਹਾਨੂੰ ਕਰਨੀ ਚਾਹੀਦੀ ਹੈ, ਠੀਕ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਇਟ ਸ਼ੁੱਡ ਕਵਰ ਹੋਲ ਸਿਲੇਬਸ। ਹੋਲ ਸਿਲੇਬਸ ਦਾ ਮਤਲਬ ਇਹ ਨਹੀਂ ਕਿ ਸਾਰੇ ਸਬਜੈਕਟਸ ਉਹਦੇ ਵਿੱਚ ਹੋਣ। ਹੋਲ ਸਿਲੇਬਸ ਮਤਲਬ ਜਿਸ ਵੀ ਸਬਜੈਕਟ ਬਾਰੇ ਜਾਂ ਜਿਸ ਵੀ ਟੌਪਿਕ ਬਾਰੇ ਉਹ ਬੁੱਕ ਬਣਾਈ ਗਈ ਹੈ ਤਾਂ ਉਹਦਾ ਘੱਟੋ ਘੱਟ ਹਰ ਇੱਕ ਚੀਜ਼ ਉਸ ਦੇ ਵਿੱਚ ਇਨਕਲੂਡਡ ਹੋਣੀ ਚਾਹੀਦੀ ਹੈ। ਅਗਰ ਕੋਈ ਸਟੋਰੀ ਬੁੱਕ ਹੈ ਤਾਂ ਉਹ ਪੂਰੀ ਦੀ ਪੂਰੀ ਸਟੋਰੀ ਉਸ ਵਿੱਚ ਹੋਣੀ ਚਾਹੀਦੀ ਹੈ, ਇੱਦਾਂ ਨਹੀਂ ਕਿ ਹਾਫ ਸਟੋਰੀ ਤੁਸੀਂ ਲਿਖ ਰਹੇ ਹੋ, ਠੀਕ ਹੈ। ਅਗਰ ਗੱਲ ਕਰੀਏ ਕਿਸੇ ਫੀਲਡ ਦੇ ਵਿੱਚ ਹੈ, ਕਿਸੇ ਆਰਟ ਦੇ ਵਿੱਚ, ਸਾਇੰਸ ਦੇ ਵਿੱਚ, ਤਾਂ ਮਤਲਬ ਕਿਤੇ ਨਾ ਕਿਤੇ ਪੂਰਾ ਟੌਪਿਕ ਉਹਦੇ ਵਿੱਚ ਕਵਰ ਹੋਣਾ ਚਾਹੀਦਾ ਹੈ, ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ, ਟੈਕਸਟ ਬੁੱਕ ਮਸਟ ਵੀ। ਹੁਣ ਇਹਦੇ ਵਿੱਚ ਕਿਸ ਤਰੀਕੇ ਦੇ ਟੌਪਿਕਸ ਹੋਣੇ ਚਾਹੀਦੇ ਨੇ, ਠੀਕ ਹੈ। ਟੌਪਿਕਸ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੇ ਨੇ ਕਿ ਕਿਤੇ ਹਿੰਸਾ ਫੈਲਾਉਣ ਵਾਲੇ ਟੌਪਿਕ ਨਹੀਂ ਹੋਣੇ ਚਾਹੀਦੇ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਤਾਂ ਬਿਲਕੁਲ ਇੰਡੀਆ ਦੇ ਵਿੱਚ ਬਹੁਤ ਸਾਰੇ ਸੈਂਸੀਟਿਵ ਟੌਪਿਕਸ ਹੁੰਦੇ ਨੇ, ਉਹਨਾਂ ਨੂੰ ਭੜਕਾਊ ਬਣਾਉਣ ਵਾਲੇ ਟੌਪਿਕਸ ਨਹੀਂ ਯੂਜ਼ ਕਰਨੇ ਚਾਹੀਦੇ, ਠੀਕ ਹੈ। ਤਾਂ ਕਿਸ ਤਰੀਕੇ ਦੇ ਟੌਪਿਕਸ ਹੋਣੇ ਚਾਹੀਦੇ ਨੇ, ਨੇਸ਼ਨ ਦੇਸ਼ ਨਾਲ ਰਿਲੇਟਡ ਹੋ ਸਕਦੇ ਨੇ, ਸ਼ਾਂਤੀ ਨਾਲ ਰਿਲੇਟਡ ਹੋ ਸਕਦੇ ਨੇ, ਲਵ ਨਾਲ ਰਿਲੇਟਡ ਹੋ ਸਕਦੇ ਨੇ, ਕੋਆਪਰੇਟ ਕਿਸ ਤਰੀਕੇ ਨਾਲ ਕਰਨਾ ਹੈ, ਜੋ ਗਰੋਥ ਹੋ ਗਿਆ। ਤਾਂ ਇੱਦਾਂ ਦੇ ਹੋਰ ਵੀ ਬਹੁਤ ਸਾਰੇ ਟੌਪਿਕਸ ਹੁੰਦੇ ਨੇ ਜੋ ਕਿਤੇ ਨਾ ਕਿਤੇ ਆਪਣੀ ਪੋਜ਼ੀਟਿਵ ਥਿੰਕਿੰਗ ਦੇ ਜਿਨ੍ਹਾਂ ਤੋਂ ਆਪਾਂ ਨੂੰ ਕੁਝ ਸਹੀ ਤਰੀਕੇ ਨਾਲ ਪੋਜ਼ੀਟਿਵ ਵੇ ਦੇ ਵਿੱਚ ਸਹੀ ਐਜੂਕੇਸ਼ਨ ਮਿਲਦੀ ਹੈ, ਠੀਕ ਹੈ। ਤਾਂ ਬਿਲਕੁਲ ਉਸ ਤਰੀਕੇ ਦੇ ਜੋ ਆਪਣਾ ਕੰਟੈਂਟ ਹੈ ਉਹ ਹੋਣਾ ਚਾਹੀਦਾ, ਨੈਗੇਟਿਵ ਨਹੀਂ ਹੋਣਾ ਚਾਹੀਦਾ ਸਿੰਪਲ ਸ਼ਬਦਾਂ ਵਿੱਚ, ਠੀਕ ਹੈ। ਰੈਫਰੈਂਸ ਮਸਟ ਬੀ ਗਿਵਨ ਐਟ ਦ ਐਂਡ ਆਫ ਦ ਬੁੱਕ, ਬਿਲਕੁਲ ਰੈਫਰੈਂਸ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ, ਸਬਜੈਕਟ ਮੈਟਰ ਵੇਟ, ਹਾਂਜੀ,
ਤਾਂ ਬਿਲਕੁਲ ਇਹਦੇ ਵਿੱਚ ਮੈਂ ਲਿਖਿਆ ਹੋਇਆ ਸਬਜੈਕਟ ਮੈਟਰ ਮਸਟ ਪ੍ਰੋਵਾਈਡ ਨਿਊ ਇਨਫੋਰਮੇਸ਼ਨ, ਠੀਕ ਹੈ। ਤਾਂ ਕਿਤੇ ਨਾ ਕਿਤੇ ਨਵੀਂ ਜਿਹੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਪੁਰਾਣੀ ਇਨਫੋਰਮੇਸ਼ਨ ਜੋ ਕਿ ਰੀਡਰ ਨੇ ਪਹਿਲਾਂ ਹੀ ਬਹੁਤ ਵਾਰੀ ਰੀਡ ਕਰ ਚੁੱਕਿਆ ਹੈ, ਤਾਂ ਕੁਛ ਹੋਰ ਅਗਰ ਨਵਾਂ ਪੜ੍ਹਨਾ ਚਾਹੁੰਦਾ ਹੈ ਤਾਂ ਜਿਵੇਂ ਟਾਈਮ ਦੇ ਨਾਲ ਨਾਲ ਬਦਲਦੇ ਰਹਿਣਾ, ਰਾਈਟ। ਤਾਂ ਟਾਈਮ ਦੇ ਨਾਲ ਨਾਲ ਨਵੀਆਂ ਨਵੀਆਂ ਇਨਫੋਰਮੇਸ਼ਨ ਜੋ ਨੇ, ਜੋ ਕਿਤੇ ਨਾ ਕਿਤੇ ਯੰਗਸਟ ਨੂੰ ਜਾਂ ਓਲਡਸਟ ਜਾਂ ਕਿਸੇ ਵੀ ਏਜ ਦੇ ਲਈ ਆਪਾਂ ਪਰਟੀਕੂਲਰ ਅਗਰ ਬੁੱਕ ਬਣਾ ਰਹੇ ਹਾਂ, ਤਾਂ ਬਿਲਕੁਲ ਟਾਈਮ ਦੇ ਨਾਲ ਨਾਲ ਨਿਊ ਇਨਫੋਰਮੇਸ਼ਨ ਵੀ ਆਪਾਂ ਨੂੰ ਉਸਦੇ ਵਿੱਚ ਕੀ ਕਰਨੀ ਚਾਹੀਦੀ ਹੈ, ਪ੍ਰੋਵਾਈਡ ਕਰਨੀ ਚਾਹੀਦੀ ਹੈ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਅਟਰੈਕਟਿਵ ਹੋਣੀ ਚਾਹੀਦੀ ਹੈ, ਠੀਕ ਹੈ। ਹੁਣ ਇਹਦੇ ਵਿੱਚ ਇਲਸਟ੍ਰੇਸ਼ਨ ਦੀ ਗੱਲ ਕੀਤੀ ਹੈ ਤਾਂ ਉਸਦੇ ਵਿੱਚ ਕੀ ਹੋਏਗਾ, ਮਤਲਬ ਉਸਦੇ ਵਿੱਚ ਕਿਤੇ ਨਾ ਕਿਤੇ ਸਿੰਪਲ ਸ਼ਬਦਾਂ ਵਿੱਚ ਡਾਇਗਰਾਮ ਉਸਦੇ ਅਟਰੈਕਟਿਵ ਹੋਣੇ ਚਾਹੀਦੇ ਨੇ, ਉਸਦੇ ਵਿੱਚ ਫੋਟੋਜ਼ ਨੇ ਜੋ ਉਹ ਅਟਰੈਕਟਿਵ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਉਸਦੇ ਵਿੱਚ ਜੋ ਪਿਕਚਰਸ ਨੇ ਉਹ ਅਟਰੈਕਟਿਵ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਕਵਰ ਮਸਟ ਵੀ ਅਟਰੈਕਟਿਵ, ਉਹੀ ਚੀਜ਼ ਆ ਗਈ, ਠੀਕ ਹੈ ਜੀ। ਵੈਲ ਬੈਲੈਂਸਡ, ਠੀਕ ਹੈ। ਬੈਲੈਂਸ ਅੱਛਾ ਹੋਣਾ ਚਾਹੀਦਾ ਉਸਦਾ ਟੈਕਸਟ ਬੁੱਕ ਡਿਜ਼ਾਈਨ ਦਾ, ਮਤਲਬ ਹਰ ਇੱਕ ਚੀਜ਼ ਨੂੰ ਪ੍ਰੋਪਰਲੀ ਬੈਲੈਂਸ ਕੀਤਾ ਹੋਇਆ ਹੋਣਾ ਚਾਹੀਦਾ, ਠੀਕ ਹੈ। ਅਤੇ ਤਾਂ ਕਿ ਡਿਜ਼ਾਈਨ ਜ਼ਿਆਦਾ ਓਵਰ ਭੜਕੀਲਾ ਵੀ ਨਾ ਹੋਵੇ, ਜ਼ਿਆਦਾ ਸਿੰਪਲ ਜਿਹਾ ਵੀ ਨਾ ਹੋਵੇ, ਇੰਨਾ ਕੁ ਹੋਵੇ ਕਿ ਹਾਂਜੀ ਰਾਈਟਰ ਜੋ ਹੈ ਅੱਛੇ ਤਰੀਕੇ ਨਾਲ ਰੀਡਰ ਜੋ ਹੈ ਅਟਰੈਕਟ ਹੋਵੇ ਔਰ ਉਸਦੀ ਜੋ ਡਿਜ਼ਾਇਰ ਦੇ ਅਕੋਰਡਿੰਗ ਵੀ ਹੋਵੇ, ਠੀਕ ਹੈ। ਔਰ ਉਸਨੂੰ ਲੱਗੇ ਕਿ ਹਾਂਜੀ ਇਹਦੇ ਵਿੱਚ ਮੈਨੂੰ ਕੁਝ ਸਿੱਖਣ ਨੂੰ ਮਿਲੇਗਾ। ਤਾਂ ਹਰ ਇੱਕ ਚੀਜ਼ ਨੂੰ ਪ੍ਰੋਪਰਲੀ ਬੈਲੈਂਸ ਇਹਦੇ ਵਿੱਚ ਆਪਾਂ ਨੂੰ ਟੈਕਸਟ ਬੁੱਕਸ ਦੇ ਵਿੱਚ ਕਰਨਾ ਚਾਹੀਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਹੁਣ ਇਸ ਦੀ ਇੰਪੋਰਟੈਂਸ ਕੀ ਹੋ ਜਾਂਦੀ ਹੈ ਟੈਕਸਟ ਬੁੱਕ ਦੀ, ਕਿਉਂ ਲੋੜ ਪੈਂਦੀ ਆਪਾਂ ਨੂੰ ਟੈਕਸਟ ਬੁੱਕ ਦੀ, ਤਾਂ ਬਿਲਕੁਲ ਦੇਖ ਲੈਂਦੇ ਹਾਂ। ਟੈਕਸਟ ਬੁੱਕ ਦੀ ਲੋੜ ਆਪਾਂ ਨੂੰ ਇਸ ਲਈ ਪੈਂਦੀ ਹੈ ਕਿਉਂਕਿ ਇਹ ਕਿਤੇ ਨਾ ਕਿਤੇ ਟੀਚਰ ਅਤੇ ਸਟੂਡੈਂਟ ਦੋਨਾਂ ਲਈ ਬਹੁਤ ਜ਼ਿਆਦਾ ਹੈਲਪਫੁਲ ਹੁੰਦੀ ਹੈ। ਨੋ ਡਾਊਟ ਆਪਾਂ ਟੀਚਿੰਗ ਫੀਲਡ ਦੇ ਵਿੱਚੋਂ ਹਾਂ ਔਰ ਕਿਤੇ ਨਾ ਕਿਤੇ ਆਪਾਂ ਸਟੂਡੈਂਟ ਵੀ ਹਾਂ, ਤਾਂ ਆਪਾਂ ਅਗਰ ਦੇਖੀਏ ਟੀਚਿੰਗ ਔਰ ਸਟੂਡੈਂਟ ਦੋਨਾਂ ਦੇ ਫੀਲਡ ਦੇ ਵਿੱਚ ਵਿਦਾਊਟ ਟੈਕਸਟ ਬੁੱਕ ਆਪਾਂ ਕੁਝ ਵੀ ਨਹੀਂ ਕਰ ਸਕਦੇ, ਰਾਈਟ। ਤਾਂ ਟੀਚਰ ਅਤੇ ਸਟੂਡੈਂਟ ਦੋਨਾਂ ਦੇ ਲਈ ਜੋ ਟੈਕਸਟ ਬੁੱਕ ਹੈ ਉਹ ਬਹੁਤ ਜ਼ਿਆਦਾ ਕੀ ਹੁੰਦੀ ਹੈ, ਇੰਪੋਰਟੈਂਟ ਹੁੰਦੀ ਹੈ। ਇਟ ਗਿਵਨ ਮੋਰ ਨੌਲੇਜ ਐਟ ਵਨ ਪਲੇਸ, ਠੀਕ ਹੈ। ਬਹੁਤ ਸਾਰੀ ਨੌਲੇਜ ਆਪਾਂ ਨੂੰ ਇੱਦਾਂ ਨਹੀਂ ਹੈ ਕਿ ਹਾਂਜੀ ਇਹ ਵਾਲਾ ਟੋਪਿਕ ਹੈ। ਫੋਰ ਐਗਜ਼ਾਮਪਲ ਕਿਸੇ ਸਬਜੈਕਟ ਦੀ ਬੁੱਕ ਹੈ ਤਾਂ ਉਸਦੇ ਅਲੱਗ-ਅਲੱਗ ਪੁਆਇੰਟਸ ਨੇ, ਆਪਾਂ ਨੂੰ ਅਲੱਗ-ਅਲੱਗ ਬੁੱਕਸ ਦੇ ਵਿੱਚ ਲੱਭਣੇ ਪੈਣਗੇ। ਅਗਰ ਆਪਣੇ ਕੋਲ ਉਸ ਪਰਟੀਕੂਲਰ ਸਬਜੈਕਟ ਦੀ ਬੁੱਕ ਹੈ, ਠੀਕ ਹੈ, ਤਾਂ ਆਪਾਂ ਨੂੰ ਬਹੁਤ ਸਾਰੀ ਨੌਲੇਜ, ਫੋਰ ਐਗਜ਼ਾਮਪਲ ਮੈਪਸ ਨੇ, ਮੈਪ ਦੀ ਨੌਲੇਜ ਆਪਾਂ ਨੂੰ ਬੁੱਕ ਆਫ ਮੈਪਸ ਤੋਂ ਮਿਲ ਜਾਏਗੀ, ਜਿਸ ਨੂੰ ਪੈਡ ਪਲਸ ਵੀ ਬੋਲਦੇ ਹਾਂ, ਠੀਕ ਹੈ। ਤਾਂ ਮਤਲਬ ਬਹੁਤ ਸਾਰੀ ਨੌਲੇਜ ਆਪਾਂ ਨੂੰ ਇੱਕ ਹੀ ਜਗ੍ਹਾ ਤੋਂ ਮਿਲ ਜਾਂਦੀ ਹੈ ਜੋ ਕਿਤੇ ਨਾ ਕਿਤੇ ਆਪਾਂ ਲੈਣਾ ਚਾਹੁੰਦੇ ਹਾਂ। ਅੱਗੇ ਅਗਰ ਆਪਾਂ ਗੱਲ ਕਰੀਏ ਹੈਲਪਫੁਲ ਇਨ ਸੈਲਫ ਸਟੱਡੀ, ਬੁੱਕਸ ਹੋਣਗੀਆਂ ਤਾਂ ਆਪਾਂ ਸੈਲਫ ਸਟੱਡੀ ਕਰ ਪਾਵਾਂਗੇ। ਹਰ ਇੱਕ ਟੌਪਿਕ ਨੂੰ ਕਲੀਅਰ ਕਰਨ ਲਈ ਕਿਤੇ ਨਾ ਕਿਤੇ ਆਪਾਂ ਨੂੰ ਆਪਣੇ ਟੀਚਰ ਦੀ ਜਾਂ ਆਪਾਂ ਨੂੰ ਆਪਣੇ ਗੱਲ ਕਰੀਏ ਆਈਡਲ ਦੀ ਲੋੜ ਨਹੀਂ ਪਏਗੀ, ਠੀਕ ਹੈ। ਅਗਰ ਆਪਣੇ ਕੋਲ ਟੈਕਸਟ ਬੁੱਕਸ ਨਹੀਂ ਤਾਂ ਆਪਾਂ ਖੁਦ ਥੋੜ੍ਹਾ ਜਿਹਾ ਪੜ੍ਹ ਕੇ ਉਸਨੂੰ ਸਮਝਣ ਦੀ ਟਰਾਈ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸੈਲਫ ਸਟੱਡੀ ਵਾਲਾ ਆਪਣਾ ਕੰਸਨਟਰੇਟ ਬਣੇਗਾ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਹੁਣ ਬੁੱਕਸ ਤੋਂ ਬਿਨਾਂ ਬੇਸ ਨਹੀਂ ਬਣ ਸਕਦਾ, ਠੀਕ ਹੈ। ਅਗਰ ਬੇਸ ਨਹੀਂ ਬਣੇਗਾ, ਬੇਸ ਤਾਂ ਆਪਾਂ ਨੂੰ ਪਤਾ ਹੈ ਨਾ ਕੀ ਹੁੰਦਾ। ਫੋਰ ਐਗਜ਼ਾਮਪਲ ਕੋਈ ਵੀ ਸਬਜੈਕਟ ਕਰਨਾ, ਇੰਗਲਿਸ਼ ਸਿੱਖਣੀ ਹੈ, ABC ਤੋਂ ਸਟਾਰਟ ਹੋਏਗਾ। ਹੁਣ ABC ਬੱਚਾ ਕਿੱਥੋਂ ਸਿੱਖਦਾ ਹੈ, ਬੁੱਕਸ ਤੋਂ ਸਿੱਖਦਾ, ਠੀਕ ਹੈ। ਪੰਜਾਬੀ ਸਿੱਖਣੀ ਹੈ, ਊੜਾ ਐੜਾ ਈਡੀ ਤੋਂ ਸਟਾਰਟ ਹੋਏਗਾ, ਉਹ ਕਿੱਥੋਂ ਸਿੱਖਿਆ ਜਾਂਦਾ, ਬੁੱਕਸ ਤੋਂ। ਮੈਥ ਸਿੱਖਣਾ ਹੈ 1 2 3, ਠੀਕ ਹੈ। ਹਰ ਇੱਕ ਚੀਜ਼ ਦਾ ਬੇਸ ਜੋ ਹੈ ਬੁੱਕਸ ਸਟਾਰਟ ਕਰਦੀਆਂ ਨੇ ਔਰ ਈਵਨ ਨੋਟ ਬੇਸ ਕੇ ਅੱਗੇ ਅੱਗੇ ਜਿਵੇਂ ਜਿਵੇਂ ਆਪਾਂ ਵੱਧਦੇ ਜਾਂਦੇ ਹਾਂ ਉਹ ਵੀ ਸਾਰਾ ਕੁਛ ਆਪਾਂ ਨੂੰ ਬੁੱਕਸ ਹੀ ਪ੍ਰੋਵਾਈਡ ਕਰਦੀਆਂ ਨੇ। ਤਾਂ ਬੁੱਕਸ ਬੇਸ ਤੋਂ ਲੈ ਕੇ ਫਰਦਰ ਸਟੱਡੀ ਤੱਕ ਹਰ ਇੱਕ ਅਗਰ ਆਪਾਂ ਗੱਲ ਕਰੀਏ ਕਦਮ 'ਤੇ ਜ਼ਰੂਰੀ ਹੁੰਦੀਆਂ ਨੇ, ਠੀਕ ਹੈ ਜੀ। ਹੈਲਪ ਇਨ, ਹਾਂਜੀ ਬਿਲਕੁਲ ਇੰਟੈਲੈਕਚੁਅਲ ਜੋ ਡਿਵੈਲਪਮੈਂਟ ਹੈ, ਠੀਕ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਹੈਲਪ ਕਰਦਾ ਹੈ। ਮਤਲਬ ਬੱਚੇ ਦਾ ਜੋ ਅਗਰ ਗੱਲ ਕਰੀਏ ਵਿਕਾਸ ਹੈ ਉਸ ਦੇ ਵਿੱਚ ਬੁੱਕਸ ਦਾ ਕਿੰਨਾ ਕੁ ਜ਼ਿਆਦਾ ਇੰਪੋਰਟੈਂਟ ਰੋਲ ਹੈ ਉਹ ਆਪਾਂ ਨੂੰ ਪਤਾ ਹੀ ਹੈ, ਠੀਕ ਹੈ। ਇੰਟੈਲੈਕਚੁਅਲ ਦਾ ਮਤਲਬ ਕਿਤੇ ਨਾ ਕਿਤੇ ਹੋ ਜਾਂਦਾ ਕਿ ਬੱਚੇ ਨੂੰ ਆਪਣੇ ਆਪ ਦੇ ਯਕੀਨ ਆਉਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਮਤਲਬ ਕਿਤੇ ਨਾ ਕਿਤੇ ਫੋਰ ਐਗਜ਼ਾਮਪਲ ਅਗਰ ਕੋਈ ਡਿਸੀਜ਼ਨ ਲੈਣਾ ਹੈ ਜਾਂ ਕੁਝ ਇਸ ਤਰੀਕੇ ਦਾ ਕੋਈ ਵੀ ਪਾਰਟ ਹੈ ਤਾਂ ਉਹਦੇ ਵਿੱਚ ਬੱਚੇ ਦਾ ਵਿਕਾਸ ਆਪਾਂ ਨੂੰ ਨਜ਼ਰ ਆਉਂਦਾ ਹੈ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਬੱਚਾ ਲੌਜੀਕਲ ਬਣਨਾ ਸ਼ੁਰੂ ਕਰ ਦਿੰਦਾ ਹੈ ਅਗਰ ਉਹ ਬਿਲਕੁਲ ਸਹੀ ਬੁੱਕਸ ਨੂੰ ਰੀਡ ਕਰ ਰਿਹਾ ਹੈ। ਫੋਰ ਐਗਜ਼ਾਮਪਲ ਜੋ ਆਪਣੇ ਦੇਸ਼ ਨਾਲ ਰਿਲੇਟਡ ਦੇਸ਼ ਭਗਤ ਰਹਿ ਚੁੱਕੇ ਹਨ ਜਾਂ ਫਿਰ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨਾਂ ਕੁਰਬਾਨ ਕੀਤੀ ਹੈ, ਜਾਂ ਫਿਰ ਅਗਰ ਆਪਾਂ ਗੱਲ ਕਰੀਏ ਹੋਰ ਵੀ ਇਹਦੇ ਬਹੁਤ ਸਾਰੇ ਨੇਸ਼ਨ ਨਾਲ ਰਿਲੇਟਡ ਟੌਪਿਕ ਹੋ ਗਏ ਜਾਂ ਪੀਸ ਨਾਲ ਰਿਲੇਟਡ ਟੌਪਿਕ ਹੋ ਗਏ, ਜਾਂ ਅਗਰ ਆਪਾਂ ਗੱਲ ਕਰੀਏ ਐਕਟੀਵਿਟੀਜ਼ ਨਾਲ ਰਿਲੇਟਡ ਟੌਪਿਕ ਹੋ ਗਏ, ਗਰੋਥ ਹੋ ਗਿਆ, ਠੀਕ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਸਟੂਡੈਂਟ ਪੜ੍ਹਦਾ ਹੈ ਤਾਂ ਬਿਲਕੁਲ ਉਹਨਾਂ ਤੋਂ ਬਹੁਤ ਕੁਝ ਉਸ ਨੂੰ ਸਿੱਖਣ ਨੂੰ ਮਿਲਦਾ ਹੈ, ਜਿਸ ਨਾਲ ਉਸਦੀ ਜੋ ਲੌਜੀਕਲ ਥਿੰਕਿੰਗ ਹੈ, ਠੀਕ ਹੈ, ਉਹ ਵੱਧਦੀ ਹੈ, ਘਟਦੀ ਹੈ, ਬਹੁਤ ਕੁਝ ਸਿੱਖਦਾ ਹੈ। ਮਤਲਬ ਉਸਦੀ ਲੌਜੀਕਲ ਥਿੰਕਿੰਗ ਇੰਪਰੂਵ ਹੁੰਦੀ ਹੈ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਕੰਪਰੀਹੈਂਸਿਵ ਮਟੀਰੀਅਲ ਐਟ ਵਨ ਪਲੇਸ, ਮਤਲਬ ਬਹੁਤ ਕੰਪਰੀਹੈਂਸਿਵ ਮਤਲਬ ਸਮਝ ਸਕਦੇ ਹਾਂ ਜਿਸ ਨੂੰ ਆਪਾਂ ਕਲੀਅਰਲੀ ਕੰਪਰੀਹੈਂਸਿਵ ਜੋ ਮਟੀਰੀਅਲ ਉਹ ਸਾਰਾ ਕੁਛ ਆਪਾਂ ਨੂੰ ਇੱਕ ਹੀ ਜਗ੍ਹਾ 'ਤੇ ਅਵੇਲੇਬਲ ਮਿਲ ਜਾਂਦਾ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਲਾਸਟ ਜੋ ਪੁਆਇੰਟ ਹੈ ਆਪਾਂ ਦੇਖ ਪਾ ਰਹੇ ਹਾਂ ਰੀਡਿੰਗ ਅ ਟੈਕਸਟ ਬੁੱਕ। ਹੁਣ ਟੈਕਸਟ ਬੁੱਕ ਹੈ ਆਪਾਂ ਨੂੰ ਪਤਾ ਉਹਦੇ ਨਾਲ ਕੀ ਕੀ ਹੁੰਦਾ, ਉਹਦੇ ਕਿਸ ਤਰੀਕੇ ਨਾਲ ਉਸਨੂੰ ਲਿਖਿਆ ਜਾਣਾ ਚਾਹੀਦਾ, ਉਹਦੇ ਵਿੱਚ ਕੀ ਕੀ ਹੁੰਦਾ, ਠੀਕ ਹੈ, ਉਹਦੀ ਇੰਪੋਰਟੈਂਸ ਕੀ ਹੈ, ਉਹਦੀ ਕਰੈਕਟ ਸਾਰਾ ਕੁਛ ਆਪਾਂ ਨੂੰ ਪਤਾ ਹੈ। ਬਟ ਅਗਰ ਆਪਾਂ ਨੂੰ ਨਹੀਂ ਪਤਾ ਕਿ ਉਸਨੂੰ ਰੀਡ ਕਿਸ ਤਰੀਕੇ ਨਾਲ ਕਰਨਾ ਹੈ ਤਾਂ ਸ਼ਾਇਦ ਕਿਤੇ ਨਾ ਕਿਤੇ ਆਪਾਂ ਉਹਨੇ ਯੂਜ਼ਫੁਲ ਨਹੀਂ ਹੋ ਪਾਵਾਂਗੇ। ਤਾਂ ਲਾਸਟ ਪੁਆਇੰਟ ਹੈ ਅਤੇ ਇੰਪੋਰਟੈਂਟ ਪੁਆਇੰਟ ਹੈ ਕਿ ਰੀਡਿੰਗ ਔਰ ਟੈਕਸਟ ਬੁੱਕ ਨੂੰ ਰੀਡ ਕਿਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਪ੍ਰੀ ਰੀਡਿੰਗ ਸਟ੍ਰੈਟੇਜੀ, ਹੁਣ ਪ੍ਰੀ ਰੀਡਿੰਗ ਸਟ੍ਰੈਟੇਜੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਬਿਲਕੁਲ ਪੜ੍ਹਨ ਤੋਂ ਪਹਿਲਾਂ ਹੁਣ ਆਪਣੇ ਕੋਲ ਇੱਕ ਬੁੱਕ ਹੈ, ਠੀਕ ਹੈ, ਤੁਸੀਂ ਉਸਨੂੰ ਸਟਾਰਟਿੰਗ ਤੋਂ ਹੀ ਪੜ੍ਹਨਾ ਸ਼ੁਰੂ ਕਰ ਦੋਗੇ, ਠੀਕ ਹੈ, ਬਿਲਕੁਲ ਨਹੀਂ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਉਸਦਾ ਥੋੜ੍ਹਾ ਜਿਹਾ ਰਿਵਿਊ ਲੈਣਾ ਪਏਗਾ।
ਉਸਦਾ ਰਿਵਿਊ ਲਓ, ਠੀਕ ਹੈ। ਅਗਰ ਗੱਲ ਕਰੀਏ ਤਾਂ ਉਸਦੇ ਵਿੱਚ ਕਿਹੜੇ ਕਿਸ ਟੌਪਿਕ ਦੇ ਉੱਪਰ ਗੱਲ ਕੀਤੀ ਗਈ ਹੈ, ਕਿਹੜਾ ਕੰਟੈਂਟ ਉਹਦੇ ਵਿੱਚ ਯੂਜ਼ ਕੀਤਾ ਗਿਆ ਹੈ, ਠੀਕ ਹੈ। ਕਿਹੜੇ ਫੋਰ ਐਗਜ਼ਾਮਪਲ ਕਿਸ ਸਬਜੈਕਟ ਦੇ ਉੱਪਰ ਉਹ ਬੁੱਕ ਹੈ, ਠੀਕ ਹੈ, ਉਸ ਦੇ ਬਾਰੇ ਥੋੜ੍ਹੀ ਬਹੁਤ ਨੌਲੇਜ ਲੈਣਾ, ਠੀਕ ਹੈ। ਅਤੇ ਇਹ ਪ੍ਰੀ ਰੀਡਿੰਗ ਸਟ੍ਰੈਟੇਜੀ ਹੋ ਜਾਂਦੀ ਹੈ ਜਿਹਦੇ ਬਾਰੇ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ, ਠੀਕ ਹੈ। ਹੁਣ ਆਪਾਂ ਨੂੰ ਪਤਾ ਹੀ ਨਹੀਂ ਕਿ ਆਪਾਂ ਕੀ ਪੜ੍ਹ ਰਹੇ ਹਾਂ ਕੀ ਨਹੀਂ, ਉਹਦੇ ਅੰਦਰ ਕੀ ਹੈ, ਜਸਟ ਪੜ੍ਹਨਾ ਸ਼ੁਰੂ ਕਰ ਦਿਓ ਤਾਂ ਉਹ ਵੀ ਸਹੀ ਨਹੀਂ ਰਹਿੰਦਾ, ਠੀਕ ਹੈ। ਥੋੜ੍ਹਾ ਉਹਦਾ ਰਿਵਿਊ ਲੈਣਾ, ਜਾਂ ਫਿਰ ਅਗਰ ਆਪਾਂ ਗੱਲ ਕਰੀਏ ਕਿ ਸਬਜੈਕਟ ਦੇ ਉੱਪਰ ਉਹ ਬੁੱਕ ਹੈ, ਕਿਸ ਕੰਟੈਂਟ ਦੇ ਉੱਪਰ ਉਹ ਬੁੱਕ ਹੈ, ਆਪਾਂ ਨੂੰ ਪੂਰਾ ਉਹਦੇ ਬਾਰੇ ਥੋੜ੍ਹਾ ਜਿਹਾ ਜਾਣਨਾ ਚਾਹੀਦਾ ਹੈ। ਉਸ ਤੋਂ ਬਾਅਦ ਆ ਜਾਂਦਾ ਡਿਊਰਿੰਗ ਰੀਡਿੰਗ। ਰੀਡਿੰਗ ਦੇ ਨਾਲ ਨਾਲ ਆਪਾਂ ਨੂੰ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਲਾਈਕ ਰੀਡਿੰਗ ਅਗਰ ਆਪਾਂ ਕਰ ਰਹੇ ਹਾਂ ਤਾਂ ਆਪਾਂ ਨੂੰ ਕੁਐਸਚਨਸ ਨੇ, ਠੀਕ ਹੈ। ਫੋਰ ਐਗਜ਼ਾਮਪਲ ਉਹਦੇ ਵਿੱਚ ਕੁਛ ਵੀ ਲਿਖਿਆ ਹੋਇਆ ਤਾਂ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਕੁਐਸਚਨ ਅਗਰ ਹੈ ਕਿ ਇਹ ਇਸ ਤਰੀਕੇ ਨਾਲ ਕੋਈ ਵੀ ਅਗਰ ਲਾਈਨ ਲਗਾ ਲਓ ਜਾਂ ਪੁਆਇੰਟ ਲਗਾ ਲਓ, ਕੁਛ ਵੀ ਹੋ ਸਕਦਾ ਹੈ ਕਿ ਇਹ ਇੱਦਾਂ ਕਿਉਂ ਹੈ, ਠੀਕ ਹੈ। ਤਾਂ ਉਸਦਾ ਆਪਾਂ ਨੂੰ ਆਨਸਰ ਮਿਲਣਾ ਜ਼ਰੂਰੀ ਹੈ, ਠੀਕ ਹੈ। ਜੇਕਰ ਉਸੇ ਬੁੱਕ ਦੇ ਵਿੱਚ ਆਪਾਂ ਨੂੰ ਉਸ ਕੁਐਸਚਨ ਦਾ ਆਨਸਰ ਮਿਲ ਰਿਹਾ ਹੈ ਤਾਂ ਸਮਝ ਲਓ ਤੁਹਾਡੀ ਜੋ ਰੀਡਿੰਗ ਆ ਬਹੁਤ ਅੱਛੇ ਤਰੀਕੇ ਨਾਲ ਹੋ ਰਹੀ ਹੈ, ਠੀਕ ਹੈ। ਤਾਂ ਮਤਲਬ ਜੇਕਰ ਤੁਹਾਡੇ ਕੁਐਸਚਨਸ ਦੇ ਵੀ ਉੱਥੋਂ ਹੀ ਆ ਰਹੇ ਨੇ ਅਤੇ ਤੁਹਾਡਾ ਆਨਸਰ ਵੀ ਉੱਥੋਂ ਹੀ ਮਿਲ ਰਿਹਾ ਤਾਂ ਬਹੁਤ ਕੁਛ ਤੁਸੀਂ ਸਿੱਖ ਕੇ ਉਸ ਬੁੱਕ ਦੇ ਵਿੱਚੋਂ ਜਾਓਗੇ। ਨੈਕਸਟ ਅਗਰ ਆਪਾਂ ਗੱਲ ਕਰੀਏ, ਠੀਕ ਹੈ, ਜਿਹੜੇ ਹੈਡਿੰਗਸ ਨੇ, ਜੇਕਰ ਆਪਾਂ ਸਮਝ ਗਏ ਕਿ ਹੁਣ ਜਿਵੇਂ ਬਹੁਤ ਇੱਦਾਂ ਹੁੰਦਾ ਕਿ ਹੈਡਿੰਗਸ ਦੇ ਨਾਲ ਜਿਵੇਂ ਕੋਈ ਵੀ ਟੌਪਿਕ ਹੈ, ਠੀਕ ਹੈ, ਪਹਿਲਾਂ ਉਸਦਾ ਜਿਵੇਂ ਇੱਥੇ ਲਗਾ ਲਓ ਤੁਸੀਂ, ਮੈਨੇ ਇੱਥੇ ਲਿਖਿਆ ਇਹ ਰੈਫਰੈਂਸ ਆਫ ਰੀਡਿੰਗ ਅ ਟੈਕਸਟ ਬੁੱਕ, ਇਹ ਮੇਰਾ ਕੀ ਹੋ ਗਿਆ, ਹੈਡਿੰਗ ਹੋ ਗਿਆ, ਠੀਕ ਹੈ। ਅਗਰ ਆਪਾਂ ਸਮਝ ਲੈਂਦੇ ਹਾਂ ਕਿ ਜੋ ਹੈਡਿੰਗਸ ਨੇ ਉਹੀ ਕੁਐਸਚਨਸ ਹੁੰਦੇ ਨੇ, ਜਾਂ ਫਿਰ ਆਪਾਂ ਟ੍ਰਾਂਸਫਰ ਕਰਨਾ ਸਿੱਖ ਲੈਂਦੇ ਹਾਂ ਹੈਡਿੰਗਸ ਨੂੰ ਕੁਐਸਚਨਸ ਦੇ ਵਿੱਚ, ਤਾਂ ਕਿਤੇ ਨਾ ਕਿਤੇ ਆਪਾਂ ਕਾਫੀ ਹੱਦ ਤੱਕ ਅੱਛੇ ਤਰੀਕੇ ਨਾਲ ਰੀਡ ਕਰ ਰਹੇ ਹੁੰਦੇ ਹਾਂ, ਠੀਕ ਹੈ ਜੀ। ਕਿ ਹੈਡਿੰਗ ਨੂੰ ਸਿਰਫ ਹੈਡਿੰਗ ਨਾ ਸਮਝਣਾ, ਹਾਂਜੀ ਇਹ ਕੁਐਸਚਨ ਹੈ ਔਰ ਇਸ ਦੇ ਅੰਦਰ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਠੀਕ ਹੈ। ਕੰਪਰੀਹੈਂਸਿਵ ਪਾਵਰ ਆਪਣੀ ਬਹੁਤ ਅੱਛੀ ਹੁੰਦੀ ਹੈ, ਠੀਕ ਹੈ, ਇੰਪਰੂਵ ਹੁੰਦੀ ਹੈ ਜਦੋਂ ਆਪਾਂ ਖੁਦ ਥੋੜ੍ਹਾ ਜਿਹਾ ਫੋਕਸ ਕਰਦੇ ਹਾਂ ਤਾਂ ਕੰਪਰੀਹੈਂਸਿਵ ਮਤਲਬ ਸਮਝਣ ਦੀ ਜੋ ਸ਼ਕਤੀ ਹੈ, ਸਮਝ ਸ਼ਕਤੀ ਆਪਾਂ ਕਹਿ ਸਕਦੇ ਹਾਂ ਕਿ ਉਹ ਇੰਪਰੂਵ ਹੁੰਦੀ ਹੈ। ਰੀਡਿੰਗ ਤੋਂ ਬਾਅਦ ਆਪਾਂ ਇੱਕ ਕਹਿ ਸਕਦੇ ਹਾਂ ਕਿ ਆਪਾਂ ਨੂੰ ਇੰਪਰੂਵ, ਹੁਣ ਦੇਖੋ ਰੀਡਿੰਗ ਤੋਂ ਬਾਅਦ ਆਪਣੀ ਕਾਫੀ ਜ਼ਿਆਦਾ ਜੋ ਵੋਕੈਬ ਹੋ ਗਈ, ਕੰਪਰੀਹੈਂਸਿਵ ਪਾਵਰ ਹੋ ਗਈ, ਠੀਕ ਹੈ ਜੀ, ਇਹ ਸਾਰਾ ਕੁਛ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਕੋਈ ਇੰਗਲਿਸ਼ ਦੀ ਬੁੱਕ ਪੜ੍ਹ ਰਹੇ ਹੋ ਤਾਂ ਉਹਦੇ ਵਿੱਚ ਬਹੁਤ ਸਾਰੇ ਡਿਫੀਕਲਟ ਵਰਡ ਸੀ, ਤੁਸੀਂ ਨਾਲ ਨਾਲ ਪਿੱਛੇ ਗਲੋਸਰੀ ਦੇ ਵਿੱਚੋਂ ਦੇਖ ਕੇ ਉਸਦੇ ਮੀਨਿੰਗ ਸਮਝੇ, ਔਰ ਉਸ ਮੀਨਿੰਗ ਨੂੰ ਸਮਝਣ ਤੋਂ ਬਾਅਦ ਜਿਸ ਲਾਈਨ ਦੇ ਵਿੱਚ ਉਹ ਵਰਡ ਸੀ ਉਸਨੂੰ ਪ੍ਰੋਪਰਲੀ ਤੁਸੀਂ ਸਮਝ ਪਾ ਰਹੇ ਹੋ ਤਾਂ ਇਹਦਾ ਮਤਲਬ ਤੁਹਾਡੇ ਬਹੁਤ ਸਾਰੀ ਜੋ ਵੋਕੈਬ ਉਹ ਸਟਰੋਂਗ ਹੋਈ ਹੋਏਗੀ, ਇੰਗਲਿਸ਼ ਲੈਂਗੁਏਜ ਤੁਹਾਡੀ ਇੰਪਰੂਵ ਹੋਈ ਹੋਏਗੀ, ਠੀਕ ਹੈ। ਇਸ ਤਰੀਕੇ ਨਾਲ ਬਹੁਤ ਸਾਰੀਆਂ ਬੁੱਕਸ ਹੁੰਦੀਆਂ ਨੇ ਤਾਂ ਉਹ ਡਿਪੈਂਡ ਕਰਦਾ ਡਿਫਰੈਂਟ ਬੁੱਕ ਦੇ ਉੱਪਰ ਕਿ ਕਿਸ ਤਰੀਕੇ ਦਾ ਕੰਟੈਂਟ ਤੁਸੀਂ ਰੀਡ ਕਰ ਰਹੇ ਹੋ। ਤਾਂ ਆਫਟਰ ਰੀਡਿੰਗ ਵੀ ਤੁਹਾਨੂੰ ਬਹੁਤ ਕੁਛ ਮਿਲਦਾ, ਤੁਹਾਡੀ ਕੰਪਰੀਹੈਂਸਿਵ ਪਾਵਰ ਮਿਲਦੀ ਹੈ, ਤੁਸੀਂ ਜਦੋਂ ਖੁਦ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਕਾਫੀ ਕੁਛ ਇੰਪਰੂਵ ਹੁੰਦਾ ਹੈ, ਡਿਵੈਲਪਮੈਂਟ ਹੁੰਦਾ ਹੈ, ਸਿੰਪਲ ਸ਼ਬਦਾਂ ਵਿੱਚ ਕਰੀਏ ਤੁਸੀਂ ਬਹੁਤ ਕੁਛ ਲਰਨ ਕਰਦੇ ਹੋ, ਠੀਕ ਹੈ ਜੀ। ਤਾਂ ਇਹ ਸੀਗੀ ਰੀਡਿੰਗ ਅ ਟੈਕਸਟ ਬੁੱਕ, ਬਹੁਤ ਜ਼ਰੂਰੀ ਹੈ ਇਹ ਸਭ ਚੀਜ਼ ਵੀ, ਠੀਕ ਹੈ। ਤਾਂ ਬਿਲਕੁਲ ਦੇਖਦੇ ਹਾਂ, ਤਾਂ ਅੱਜ ਆਪਾਂ ਕੀ ਕੀਤਾ, ਟੈਕਸਟ ਬੁੱਕ ਕੀਤਾ ਟੌਪਿਕ, ਜੋ ਕਿ ਆਪਾਂ ਕੰਪਲੀਟ ਕੀਤਾ ਟੈਕਸਟ ਬੁੱਕ ਟੌਪਿਕ, ਬਹੁਤ ਆਪਾਂ ਕਹਿ ਸਕਦੇ ਹਾਂ ਕਿ ਡਿਟੇਲ ਦੇ ਵਿੱਚ ਇਹ ਟੌਪਿਕ ਆਪਾਂ ਕਵਰ ਕੀਤਾ। ਬਟ ਫਿਰ ਵੀ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਅਤੇ ਤੁਹਾਡੇ ਡਾਊਟ ਨੂੰ ਦੂਰ ਕੀਤਾ ਜਾਏਗਾ। ਆਫਟਰ ਦੈਟ ਆਪਾਂ ਨੈਕਸਟ ਟੌਪਿਕ ਨੂੰ ਸਟਾਰਟ ਕਰਾਂਗੇ, ਮੇਬੀ 5th ਜਾਂ 4th ਟੌਪਿਕ ਹੋਏਗਾ ਜੋ ਆਪਣਾ ਨੈਕਸਟ ਟੌਪਿਕ ਹੋਏਗਾ, 5th ਟੌਪਿਕ ਹੋਏਗਾ, ਰਾਈਟ। ਤਾਂ 5th ਟੌਪਿਕ ਨੂੰ ਆਪਾਂ ਸਟਾਰਟ ਕਰਾਂਗੇ, ਦੇਖਾਂਗੇ ਕਿਹੜਾ ਟੌਪਿਕ ਹੋਏਗਾ ਉਹ, ਠੀਕ ਹੈ। ਔਰ ਜੇਕਰ ਤੁਸੀਂ ਫਸਟ ਟਾਈਮ ਇਸ ਚੈਨਲ ਦੇ ਉੱਪਰ ਆਏ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ, ਚੈਨਲ ਨੂੰ ਲਾਈਕ ਕਰੋ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੋ ਵੀ ਤਿਆਰੀ ਕਰਨਾ ਚਾਹੁੰਦੇ ਨੇ ਟੈਟ ਦੇ ਲਈ, ਠੀਕ ਹੈ। ਤਾਂ ਜ਼ਰੂਰ ਦੇਖਦੇ ਹਾਂ, ਫਿਰ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਅਗਲੇ ਟੌਪਿਕ ਨੂੰ ਲੈ ਕੇ। ਥੈਂਕ ਯੂ।